ਵੈਲਕਮ ਸਟੂਡੈਂਟਸ। ਬੇਟਾ ਅੱਜ ਮੈਂ ਤੁਹਾਡੇ ਸਾਹਮਣੇ ਤੁਹਾਡੀ 12ਵੀਂ ਕਲਾਸ ਦਾ ਚੈਪਟਰ 5ਵਾਂ ਆਰਟੀਫਿਸ਼ੀਅਲ ਇੰਟੈਲੀਜੈਂਸੀ AI ਜਿਹਦੀ ਸ਼ਾਰਟ ਫਾਰਮ ਹੈ ਐਂਡ ਐਕਸਪਰਟ ਸਿਸਟਮ ਤੁਹਾਡੇ ਸਾਹਮਣੇ ਲੈ ਕੇ ਆਈ ਹਾਂ। ਬੇਟਾ ਇਹ ਤੁਹਾਡੀ 12th ਕਲਾਸ ਦਾ ਚੈਪਟਰ 5ਵਾਂ PSCB ਦੀ ਬੁੱਕ ਦਾ। ਮੇਰਾ ਨਾਮ ਬੇਟਾ ਨੀਤੂ ਗੁਪਤਾ ਹੈ। ਮੈਂ ਕੰਪਿਊਟਰ ਫੈਕਲਟੀ ਗਵਰਨਮੈਂਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3B1 ਮੋਹਾਲੀ ਤੋਂ। ਅਤੇ ਅੱਜ ਇਹ ਚੈਪਟਰ ਮੈਂ ਤੁਹਾਡੇ ਸਾਹਮਣੇ ਲੈ ਕੇ ਆਈ ਹਾਂ ਜਿਹਦਾ ਆਉਣ ਵਾਲੇ ਟਾਈਮ 'ਚ ਇੰਨਾ ਜ਼ਿਆਦਾ ਯੂਜ਼ ਹੋਏਗਾ ਇਸ ਟੌਪਿਕ ਦਾ ਕਿ ਤੁਸੀਂ ਮਤਲਬ ਕੁਛ ਵੀ ਇਹਦੇ ਵਿੱਚ ਕਰ ਸਕਦੇ ਹੋ। ਜਿਹੜੀਆਂ ਚੀਜ਼ਾਂ ਅਸੀਂ ਸੋਚੀਆਂ ਵੀ ਨਹੀਂ ਨਾ ਉਹ ਤੁਸੀਂ ਆਰਟੀਫਿਸ਼ੀਅਲ ਇੰਟੈਲੀਜੈਂਸੀ ਨਾਲ ਕਰ ਸਕਦੇ ਹੋ। ਆਉਣ ਵਾਲੇ ਟਾਈਮ ਦਾ ਜਿਹੜਾ ਜ਼ਮਾਨਾ ਹੋਏਗਾ ਉਹ ਆਰਟੀਫਿਸ਼ੀਅਲ ਇੰਟੈਲੀਜੈਂਸੀ ਦਾ ਹੀ ਹੋਏਗਾ, ਰੋਬੋਟਸ ਦਾ ਹੀ ਹੋਏਗਾ। ਅਤੇ ਇਹਦੇ ਵਿੱਚ ਜਿਹੜੇ ਟੌਪਿਕ ਅਸੀਂ ਪੜ੍ਹਨੇ ਹਨ ਬੇਟਾ ਉਹ ਹਨ ਸਾਡੇ ਇੰਟਰੋਡਕਸ਼ਨ ਟੂ AI, ਜਾਣ ਪਛਾਣ, ਆਰਟੀਫਿਸ਼ੀਅਲ ਇੰਟੈਲੀਜੈਂਸੀ ਕੀ ਹੈ, what is AI? AI means ਆਰਟੀਫਿਸ਼ੀਅਲ ਇੰਟੈਲੀਜੈਂਸੀ। ਇੱਕ ਤਾਂ ਤੁਸੀਂ ਇਹਦੀ ਫੁੱਲ ਫਾਰਮ ਯਾਦ ਰੱਖਣੀ ਹੈ। AI ਦੀ ਫੁੱਲ ਫਾਰਮ ਹੈ ਆਰਟੀਫਿਸ਼ੀਅਲ ਇੰਟੈਲੀਜੈਂਸੀ। ਕਈ ਵਾਰ ਤੁਹਾਨੂੰ ਫੁੱਲ ਫਾਰਮ ਆ ਜਾਂਦੀ ਹੈ ਅਤੇ ਉਹ ਤੁਹਾਨੂੰ ਆਰਾਮ ਨਾਲ ਪਤਾ ਲੱਗ ਜਾਂਦਾ ਕਿ ਕੀ ਪੁੱਛ ਰਿਹਾ। ਤੀਸਰਾ ਬੇਟਾ ਹੈ ਆਰਟੀਫਿਸ਼ੀਅਲ ਇੰਟੈਲੀਜੈਂਸੀ ਦੀਆਂ ਕਿਸਮਾਂ, ਟਾਈਪਸ ਆਫ AI, ਆਰਟੀਫਿਸ਼ੀਅਲ ਇੰਟੈਲੀਜੈਂਸੀ ਦੀਆਂ ਕਿਸਮਾਂ। ਚੌਥਾ ਹੈ ਬੇਟਾ ਇੰਪੋਰਟੈਂਸ ਆਫ AI, ਆਰਟੀਫਿਸ਼ੀਅਲ ਇੰਟੈਲੀਜੈਂਸੀ ਦੀ ਮਹੱਤਤਾ। ਪੰਜਵਾਂ ਹੈ ਐਪਲੀਕੇਸ਼ਨਸ ਆਫ AI, ਆਰਟੀਫਿਸ਼ੀਅਲ ਇੰਟੈਲੀਜੈਂਸੀ ਦੀ ਵਰਤੋਂ। ਨੈਕਸਟ ਇਜ਼ ਪਰਪਸ ਔਰ ਗੋਲ ਆਫ AI, ਆਰਟੀਫਿਸ਼ੀਅਲ ਇੰਟੈਲੀਜੈਂਸੀ ਦਾ ਉਦੇਸ਼। ਨੈਕਸਟ ਹੈ ਬੇਟਾ ਪ੍ਰੋਜ਼ ਐਂਡ ਕੌਨਸ ਆਫ AI, ਆਰਟੀਫਿਸ਼ੀਅਲ ਇੰਟੈਲੀਜੈਂਸੀ ਦੇ ਲਾਭ ਅਤੇ ਹਾਨੀਆਂ। ਕਿਉਂਕਿ ਦੇਖੋ ਕੋਈ ਵੀ ਚੀਜ਼ ਹੈ, ਕੋਈ ਵੀ ਟੌਪਿਕ ਹੈ, ਕੋਈ ਵੀ ਇੰਸਟਰੂਮੈਂਟ ਹੈ, ਕੁਛ ਵੀ ਹੈ, ਉਦੋਂ ਯੂਜ਼ ਦੇ ਜਿਹੜੇ ਹੁੰਦੇ ਨੇ ਕੁਝ ਐਡਵਾਂਟੇਜਸ ਹੁੰਦੀਆਂ ਨੇ, ਕੁਝ ਡਿਸਐਡਵਾਂਟੇਜਸ ਹੁੰਦੀਆਂ ਨੇ। ਇਹ ਦੋਨੋਂ ਹੀ ਅਸੀਂ ਆਪਾਂ ਡਿਸਕਸ ਕਰਾਂਗੇ। ਐਂਡ ਨੈਕਸਟ ਇਜ਼ ਐਕਸਪਰਟ ਸਿਸਟਮ। ਲਾਸਟ ਰੋਬੋਟਿਕਸ, ਜਿਹੜਾ ਤੁਸੀਂ ਅੱਜ ਕੱਲ੍ਹ ਸੁਣ ਰਹੇ ਹੋਵੋਗੇ ਰੋਬੋਟਸ ਦਾ ਜ਼ਮਾਨਾ ਹੈ। ਰੋਬੋਟਸ ਅਸੀਂ ਹੈਲਥ ਸਿਸਟਮ ਦੇ ਵਿੱਚ ਵੀ ਹੋਰ ਬੜੀਆਂ ਜਗ੍ਹਾ 'ਤੇ ਅਸੀਂ ਯੂਜ਼ ਕਰ ਰਹੇ ਹਾਂ। ਉਹ ਰੋਬੋਟਿਕਸ ਵੀ ਅਸੀਂ ਇਸ ਚੈਪਟਰ 'ਚ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਤੁਹਾਡਾ ਟੌਪਿਕ ਆ ਜਾਂਦਾ ਬੇਟਾ ਜਾਣ ਪਛਾਣ, ਇੰਟਰੋਡਕਸ਼ਨ। ਵਾਟ ਇਜ਼ AI? AI ਦਾ ਮਤਲਬ ਕੀ ਹੈ ਬੇਟਾ? ਆਰਟੀਫਿਸ਼ੀਅਲ ਇੰਟੈਲੀਜੈਂਸੀ ਹੁੰਦੀ ਕੀ ਹੈ? ਇੱਕ ਤਾਂ ਇੰਟੈਲੀਜੈਂਸੀ ਵਰਡ ਅਸੀਂ ਸੁਣਿਆ ਹੋਇਆ ਜਿਹੜੀ ਸਾਡੇ ਕੋਲ ਹੈ। ਜਿਵੇਂ ਹਿਊਮਨ ਕੋਲ ਇੱਕ ਇੰਟੈਲੀਜੈਂਸੀ ਹੈ, ਆਪਣੇ ਹਰ ਇੱਕ ਇਨਸਾਨ ਦੀ ਆਪਣੀ ਇੱਕ ਇੰਟੈਲੀਜੈਂਸੀ ਪਾਵਰ ਹੁੰਦੀ ਹੈ। ਪਰ ਆਰਟੀਫਿਸ਼ੀਅਲ ਦਾ ਕੀ ਮਤਲਬ ਹੈ ਬੇਟਾ? ਆਰਟੀਫਿਸ਼ੀਅਲ ਦਾ ਮਤਲਬ ਹੈ ਬਣਾਈ ਹੋਈ। ਆਰਟੀਫਿਸ਼ੀਅਲ ਮਤਲਬ ਬਨਾਵਟੀ। ਇਹ ਇੰਟੈਲੀਜੈਂਸੀ ਜਿਹੜੀ ਹੈਗੀ ਹੈ ਇਹ ਹੈ ਆਰਟੀਫਿਸ਼ੀਅਲ ਇੰਟੈਲੀਜੈਂਸੀ। ਆਰਟੀਫਿਸ਼ੀਅਲ ਇਜ਼ ਸੈਡ ਟੂ ਬੀ ਮੈਨ ਮੇਡ, ਮਤਲਬ ਇਹਦਾ ਮਤਲਬ ਹੈ ਕਿ ਮੈਨ ਮੇਡ ਹੈ ਇਹ, ਆਦਮੀ ਦੁਆਰਾ ਬਣਾਈ ਗਈ ਇੰਟੈਲੀਜੈਂਸੀ। ਸੁਣਿਆ ਸੀ ਕਦੇ ਬੇਟਾ? ਇੰਟੈਲੀਜੈਂਸੀ ਰੱਬ ਵੱਲੋਂ, ਪਰਮਾਤਮਾ ਵੱਲੋਂ ਦਿੱਤੀ ਜਾਂਦੀ ਸੀ। ਲੋਕ ਕਹਿੰਦੇ ਸੀ ਇਹ ਜ਼ਿਆਦਾ ਇੰਟੈਲੀਜੈਂਟ ਹੈ, ਘੱਟ ਇੰਟੈਲੀਜੈਂਟ ਹੈ, ਇਹ ਮਤਲਬ ਆਪਣਾ ਗੋਡ ਗਿਫਟਡ ਹੁੰਦਾ ਸੀ। ਪਰ ਹੁਣ ਕੀ ਹੈ, ਆਦਮੀ ਨੇ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸੀ ਬਣਾ ਲਈ ਹੈ। ਠੀਕ ਹੈ, ਮਤਲਬ ਇੰਨੀ ਜ਼ਿਆਦਾ ਦੇਖੋ ਤਰੱਕੀ ਹੋ ਗਈ ਹੈ ਸਾਡੇ ਦੇਸ਼ 'ਚ ਕਿ ਅਸੀਂ ਇੰਟੈਲੀਜੈਂਸੀ ਵੀ ਆਰਟੀਫਿਸ਼ੀਅਲ ਤਿਆਰ ਕਰ ਲਈ ਹੈ। ਅਤੇ ਉਸ ਤੋਂ ਬਾਅਦ ਬੇਟਾ ਇੰਟੈਲੀਜੈਂਸੀ ਇਜ਼ ਦਾ ਕਪੈਸਿਟੀ ਐਂਡ ਅਪਲਾਈ ਇਟ ਟੂ ਪ੍ਰੈਕਟਿਸ। ਠੀਕ ਹੈ, ਇੰਟੈਲੀਜੈਂਸੀ ਜਿਹੜੀ ਹੈਗੀ ਹੈ ਇਹ ਮਤਲਬ ਤੁਸੀਂ ਇੱਕ ਕੈਪੈਸਿਟੀ ਹੁੰਦੀ ਹੈ ਹਰ ਇਨਸਾਨ ਦੀ। ਠੀਕ ਹੈ, ਅਤੇ ਇਹਨੂੰ ਤੁਸੀਂ ਪ੍ਰੈਕਟਿਸ 'ਚ ਕਿਵੇਂ ਅਪਲਾਈ ਕਰਨਾ ਹੈ, ਕਿਸ ਤਰ੍ਹਾਂ ਤੁਸੀਂ ਉਹਨੂੰ ਅਪਲਾਈ ਕਰ ਸਕਦੇ ਹੋ, ਇਹਨੂੰ ਕਹਿੰਦੇ ਨੇ ਆਰਟੀਫਿਸ਼ੀਅਲ ਇੰਟੈਲੀਜੈਂਸੀ। ਉਸ ਤੋਂ ਬਾਅਦ ਬੇਟਾ ਹੈ ਇਟ ਇਜ਼ ਐਨ ਐਬਿਲਿਟੀ ਟੂ ਲਰਨ ਐਂਡ ਕੰਪਰੀਹੈਂਡ। ਆਪਾਂ ਕਹਿੰਦੇ ਹਾਂ ਇੱਕ ਇਨਸਾਨ ਦੀ ਸਿੱਖਣ ਦੀ ਇੱਕ ਕਪੈਸਿਟੀ ਹੁੰਦੀ ਹੈ, ਲਰਨ ਕਰਨ ਦੀ ਇੱਕ ਕਪੈਸਿਟੀ ਹੁੰਦੀ ਹੈ, ਦੈਟ ਇਜ਼ ਕਾਲਡ ਇੰਟੈਲੀਜੈਂਸੀ। ਇੰਟੈਲੀਜੈਂਸੀ ਬੇਟੇ ਹੁੰਦੀ ਹੈ ਇੱਕ ਤਰ੍ਹਾਂ ਦੀ, ਮਤਲਬ ਆਪਾਂ ਕਹਿੰਦੇ ਹਾਂ ਵੀ ਮਨੁੱਖ ਦੀ ਤਰ੍ਹਾਂ ਸੂਝ-ਬੂਝ ਨਾਲ ਕੰਮ ਕਰਦੀਆਂ ਨੇ। ਜਿਵੇਂ ਇੱਕ ਮਨੁੱਖ ਆਦਮੀ ਇੱਕ ਸੂਝ-ਬੂਝ ਨਾਲ ਕੰਮ ਕਰਦਾ, ਉਸੇ ਤਰ੍ਹਾਂ ਇਹ ਮਸ਼ੀਨਾਂ ਵੀ ਕੰਮ ਕਰਦੀਆਂ ਨੇ। ਇੰਟੈਲੀਜੈਂਸੀ ਜਿਹੜੀ ਹੁੰਦੀ ਹੈ ਇਹ ਸੋਫਟਵੇਅਰ ਟੈਕਨੋਲੋਜੀ ਹੈ ਜਿਸ ਵਿੱਚ ਰੋਬੋਟ ਜਾਂ ਕੰਪਿਊਟਰ ਬਣਾਏ ਜਾਂਦੇ ਨੇ ਜਿਹੜੇ ਕਿ ਮਨੁੱਖ ਦੀ ਤਰ੍ਹਾਂ ਵਿਹਾਰ ਕਰਦੇ ਨੇ। ਮਤਲਬ ਉਹ ਬਿਲਕੁਲ ਮਨੁੱਖ ਦੀ ਤਰ੍ਹਾਂ ਕੰਮ ਕਰ ਸਕਦੇ ਨੇ, ਸੋਚਦੇ ਨੇ ਅਤੇ ਉਸ ਚੀਜ਼ ਨੂੰ ਮਤਲਬ ਇਹ ਜਿਹੜੀ ਪਹਿਲੀ ਵਾਰ ਜਿਹੜੇ ਅਮੈਰੀਕਾ ਦੇ ਕੰਪਿਊਟਰ ਵਿਗਿਆਨੀ ਸੀਗਾ ਜੌਨ ਮੈਕਾਰਥੀ, ਇਹਨੇ ਮਤਲਬ ਆਪਣਾ ਸੰਨ 1956 ਦੇ ਵਿੱਚ ਨਾ ਡੈਨਮਾਰਕ 'ਚ ਇੱਕ ਕਾਨਫਰੰਸ ਹੋਈ ਸੀ, ਉੱਥੇ ਇਸ ਦੀ ਇੰਟੈਲੀਜੈਂਸੀ ਦੀ ਵਰਤੋਂ ਹੋਈ ਸੀ। ਇਸੇ ਕਰਕੇ ਜਿਹੜਾ ਇਹ ਬੰਦਾ ਹੈ ਜੌਨ ਮੈਕਾਰਥੀ, ਇਹਨੂੰ ਨਾ ਆਰਟੀਫਿਸ਼ੀਅਲ ਇੰਟੈਲੀਜੈਂਸੀ ਦਾ ਪਿਤਾਮਾ ਵੀ ਕਿਹਾ ਜਾਂਦਾ। ਕਈ ਵਾਰ ਕੁਐਸਚਨ ਆ ਜਾਂਦਾ ਵੀ ਆਰਟੀਫਿਸ਼ੀਅਲ ਇੰਟੈਲੀਜੈਂਸੀ ਦਾ ਫਾਦਰ ਆਫ ਆਰਟੀਫਿਸ਼ੀਅਲ ਇੰਟੈਲੀਜੈਂਸੀ ਕੌਣ ਸੀ, ਤਾਂ ਉਹ ਤੁਸੀਂ ਯਾਦ ਰੱਖਣਾ ਬੇਟਾ ਜੌਨ ਮੈਕਾਰਥੀ। ਠੀਕ ਹੈ, ਇਹ ਉਹਦੇ ਮਤਲਬ ਪਿਤਾਮਾ ਵਜੋਂ ਜਾਣੇ ਜਾਂਦੇ ਨੇ। ਉਸ ਤੋਂ ਬਾਅਦ ਬੇਟਾ ਨੈਕਸਟ ਹੈਗਾ ਵੀ ਇੰਟੈਲੀਜੈਂਸੀ ਹੈ ਕੀ ਹੈ? ਇੱਕ ਮਤਲਬ ਬੌਧਿਕ ਯੋਗਤਾ ਨੂੰ ਬਨਾਵਟੀ ਤਰੀਕੇ ਨਾਲ ਵਿਕਸਿਤ ਕਰਨਾ ਹੈ।
ਇਹ ਮਤਲਬ ਇੰਟੈਲੀਜੈਂਸੀ ਦੇ ਖੇਤਰ ਵਿੱਚ ਕੰਪਿਊਟਰ ਸਾਇੰਸ, ਨੈਚੁਰਲ ਲੈਂਗੁਏਜ ਪ੍ਰੋਸੈਸਿੰਗ, ਗਣਿਤ, ਮਨੋਵਿਗਿਆਨ, ਨਿਊਰੋ ਸਾਇੰਸ, ਡਾਟਾ ਸਾਇੰਸ, ਮਸ਼ੀਨ ਲਰਨਿੰਗ ਅਤੇ ਹੋਰ ਬਹੁਤ ਸਾਰੇ ਜਿਹੜੇ ਵਿਸ਼ੇ ਨੇ ਇਹਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ। ਠੀਕ ਹੈ, ਇਹ ਜਿਹੜੀ ਹੈਗੀ ਸੀ ਆਦਮੀ ਨੇ ਬਣਾਈ ਸੀ। ਇਟ ਇਜ਼ ਕ੍ਰੀਏਟਡ ਬਾਈ ਮੈਨ ਟੂ ਮੇਕ ਲਾਈਫ ਈਜ਼ੀ ਐਂਡ ਕੰਫਰਟੇਬਲ, ਤਾਂ ਕਿ ਜਿਹੜੀ ਆਦਮੀ ਦੀ ਜ਼ਿੰਦਗੀ ਹੈ ਉਹ ਉਹਨੂੰ ਕੰਫਰਟੇਬਲ ਬਣਾ ਸਕੇ, ਈਜ਼ੀ ਬਣਾ ਸਕੇ। ਵੈਸੇ ਤਾਂ ਬਹੁਤ ਈਜ਼ੀ ਹੋ ਚੁੱਕੀ ਹੈ ਲਾਈਫ, ਪਰ ਹੋਰ ਈਜ਼ੀ ਬਣਾਉਣ ਲਈ, ਜਿਵੇਂ ਕਈਆਂ ਕੋਲ ਟਾਈਮ ਨਹੀਂ ਹੁੰਦਾ ਕੰਮ ਕਰਨ ਦਾ, ਸਫਾਈ ਕਰਨ ਦਾ ਟਾਈਮ ਨਹੀਂ ਹੈ, ਮੇਡਸ ਨਹੀਂ ਆਉਂਦੀਆਂ ਅਤੇ ਉੱਥੇ ਉਹ ਰੋਬੋਟਸ ਯੂਜ਼ ਕਰ ਲੈਂਦੇ ਹੈ। ਠੀਕ ਹੈ, ਉਸ ਲਾਈਫ ਨੂੰ ਕੰਫਰਟੇਬਲ ਬਣਾਉਣ ਲਈ ਜਿਹੜੀ ਸੀ ਇਹ ਯੂਜ਼ ਕੀਤੀ ਗਈ ਸੀ। ਨੈਕਸਟ ਬੇਟੇ ਟੌਪਿਕ ਤੁਹਾਡਾ ਆ ਜਾਂਦਾ ਹੈ ਟਾਈਪਸ ਆਫ ਆਰਟੀਫਿਸ਼ੀਅਲ ਇੰਟੈਲੀਜੈਂਸੀ। ਹੁਣ ਇਸ ਇੰਟੈਲੀਜੈਂਸੀ ਦੀਆਂ ਕੁਝ ਕਿਸਮਾਂ ਹੁੰਦੀਆਂ ਨੇ ਬੱਚੇ। ਠੀਕ ਹੈ, ਇਹ 2 ਟਾਈਪਸ ਨੇ ਮੇਨ। ਦੇਖੋ ਆਪਾਂ ਡਿਸਕਸ ਵੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਹੋਣਾ ਕਿ ਟਾਈਪਸ ਕਿਹੜੀਆਂ ਨੇ। ਇਹ ਟਾਈਪਸ ਹੈਗੀਆਂ ਨੇ ਬੇਟਾ ਟਾਈਪ 1 ਅਤੇ ਟਾਈਪ 2। ਠੀਕ ਹੈ, ਟਾਈਪ 1 ਅਤੇ ਟਾਈਪ 2 2 ਟਾਈਪਸ ਨੇ। ਟਾਈਪ 1 ਦੇ ਵਿੱਚ ਬੇਟੇ ਨੈਰੋ AI ਆ ਜਾਂਦਾ, ਜਨਰਲ AI ਆ ਜਾਂਦਾ ਅਤੇ ਸਟਰੋਂਗ AI ਆ ਜਾਂਦਾ। ਅਤੇ ਟਾਈਪ 2 'ਚ ਬੇਟੇ ਰਿਐਕਟਿਵ ਮਸ਼ੀਨਸ ਆ ਜਾਂਦੀਆਂ ਨੇ, ਲਿਮਿਟਿਡ ਮਸ਼ੀਨਸ ਆ ਜਾਂਦੀਆਂ ਨੇ ਅਤੇ ਸੈਲਫ ਅਵੇਅਰਨੈਸ ਆ ਜਾਂਦੀ ਹੈ, ਅਤੇ ਉਸ ਤੋਂ ਬਾਅਦ ਆਪਣੇ ਕੋਲ ਸਟਰੋਂਗ AI ਆ ਜਾਂਦੀਆਂ ਨੇ। ਠੀਕ ਹੈ, ਇਹ ਸਾਰੀਆਂ ਜਿਹੜੀਆਂ ਹੈਗੀਆਂ ਨੇ ਇਹਨਾਂ ਦੀਆਂ ਟਾਈਪ 2 ਦੇ ਵਿੱਚ ਰਿਐਕਟਿਵ ਮਸ਼ੀਨ, ਲਿਮਿਟਿਡ ਮੈਮਰੀ ਮਸ਼ੀਨ, ਥਿਊਰੀ ਆਫ ਮਾਈਂਡ ਅਤੇ ਸੈਲਫ ਅਵੇਅਰਨੈਸ, ਇਹ 4 ਜਿਹੜੀਆਂ ਨੇ ਇਹ ਟਾਈਪ 2 ਦੀਆਂ ਐਗਜ਼ਾਮਪਲਸ ਹੈ। ਤਾਂ ਹੁਣ ਥੋੜ੍ਹਾ ਆਪਾਂ ਪੜ੍ਹਾਂਗੇ ਵੀ ਟਾਈਪ 1 ਕੀ ਹੈ। ਟਾਈਪ 1 ਹੈਗੀ ਹੈ ਵੀ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸੀ ਦੀ ਟਾਈਪ 1 ਹੈ, ਇਸ ਦੀ ਸਮਰੱਥਾ ਜਿਹੜੀ ਹੁੰਦੀ ਹੈ ਨਾ, ਮਨੁੱਖ ਦੀ ਸਮਰੱਥਾ ਨਾਲ ਜੇ ਅਸੀਂ ਤੁਲਨਾ ਕਰਨ 'ਤੇ ਆਧਾਰਿਤ ਹੁੰਦੀ ਹੈ, ਵੀ ਉਹਦੀ ਤੁਲਨਾ ਕਰੀਏ ਮਨੁੱਖ ਨਾਲ। ਇੱਕ ਕੰਪਿਊਟਰ ਜਾਂ ਮਸ਼ੀਨ ਦੀ ਜਿਹੜੀ ਇੰਟੈਲੀਜੈਂਸੀ ਦੇ ਪੱਧਰ 'ਤੇ ਤੁਲਨਾ ਹੁੰਦੀ ਹੈ, ਆਮ ਮਨੁੱਖ ਦੇ ਇੰਟੈਲੀਜੈਂਸ ਦੇ ਪੱਧਰ ਨਾਲ ਕੀਤੀ ਜਾਂਦੀ ਹੈ ਟਾਈਪ 1 'ਚ। ਟਾਈਪ 1 ਜਿਹੜੀ ਹੈ ਪੂਰੀ ਤਰ੍ਹਾਂ ਸਮਰੱਥਾ 'ਤੇ ਆਧਾਰਿਤ ਹੈ। ਠੀਕ ਹੈ, ਕੰਪਿਊਟਰ ਜਾਂ ਇੰਟੈਲੀਜੈਂਸੀ ਮਸ਼ੀਨ ਨੂੰ ਕੰਮ ਸੌਂਪੇ ਜਾਂਦੇ ਨੇ, ਫਿਰ ਇਹ ਵੇਖਿਆ ਜਾਂਦਾ ਹੈ ਕਿ ਇਹ ਕਿਸੇ ਖਾਸ ਕੰਮ ਪ੍ਰਤੀ ਕਿਵੇਂ ਪ੍ਰਤੀਕਿਰਿਆ ਕਰਦਾ, ਮਤਲਬ ਉਸ ਕੰਮ ਨੂੰ ਕਿਸ ਤਰੀਕੇ ਨਾਲ ਪਰਫੋਰਮ ਕਰ ਰਿਹਾ। ਠੀਕ ਹੈ, ਇਹਦੇ ਅੱਗੋਂ 3 ਹਿੱਸੇ ਨੇ ਬੇਟੇ, ਨੈਰੋ ਆਰਟੀਫਿਸ਼ੀਅਲ ਇੰਟੈਲੀਜੈਂਸੀ, ਜਨਰਲ ਆਰਟੀਫਿਸ਼ੀਅਲ ਇੰਟੈਲੀਜੈਂਸੀ ਅਤੇ ਸਟਰੋਂਗ ਆਰਟੀਫਿਸ਼ੀਅਲ ਇੰਟੈਲੀਜੈਂਸੀ। ਅਤੇ ਇਹ ਨੈਰੋ ਦੇ ਵਿੱਚ ਕੀ ਆ ਜਾਂਦਾ ਵੀ ਇੱਕ ਬਨਾਵਟੀ ਇੰਟੈਲੀਜੈਂਸੀ ਹੁੰਦੀ ਹੈ ਜਿਹੜੀ ਕਿ ਖਾਸ ਸਮਰਪਿਤ ਕਾਰਜ 'ਤੇ ਆਧਾਰਿਤ ਹੁੰਦੀ ਹੈ। ਠੀਕ ਹੈ, ਜਨਰਲ ਆਰਟੀਫਿਸ਼ੀਅਲ ਇੰਟੈਲੀਜੈਂਸੀ ਆ ਜਾਂਦੀ ਹੈ ਵੀ ਇੱਕ ਕਿਸਮ ਦੀ ਆਰਟੀਫਿਸ਼ੀਅਲ ਇੰਟੈਲੀਜੈਂਸੀ ਹੈ ਜਿਹੜੀ ਮਸ਼ੀਨ ਕੰਪਿਊਟਰ ਪ੍ਰਣਾਲੀ ਵਾਂਗ ਕਿਸੇ ਆਮ ਨੂੰ ਕੰਮ ਕਰ ਸਕਦੀ ਹੈ, ਮਤਲਬ ਕਿਸੇ ਵੀ ਆਮ ਕੰਮ ਨੂੰ ਕਰ ਸਕਦੀ ਹੈ। ਇਹ ਜਿਹੜੀ ਮਨੁੱਖ ਦੇ ਬਰਾਬਰ ਜਿਹੜੀ ਹੈ ਸਮਰੱਥਾ ਰੱਖਦੀ ਹੈ ਆਰਟੀਫਿਸ਼ੀਅਲ ਇੰਟੈਲੀਜੈਂਸੀ। ਥਰਡ ਬੇਟੇ ਆ ਜਾਂਦੀ ਹੈ ਸਟਰੋਂਗ AI। ਤੁਸੀਂ ਇੰਨਾ ਕੀ ਯਾਦ ਰੱਖਣਾ ਹੈ, ਜ਼ਿਆਦਾ ਡਿਟੇਲ 'ਚ ਨਹੀਂ ਜਾਣਾ ਬੇਟਾ, ਇੰਨਾ ਕੀ ਹੀ ਸਫੀਸ਼ੀਐਂਟ ਹੈ ਤੁਹਾਡੇ ਲਈ ਇਸ ਟੌਪਿਕ ਦੇ ਅਕੋਰਡਿੰਗ। ਸਟਰੋਂਗ AI ਦੇ ਵਿੱਚ ਕੀ ਆ ਜਾਂਦਾ ਬੇਟੇ, ਇਹ ਇੰਟੈਲੀਜੈਂਸ ਜਿਹੜੀ ਹੁੰਦੀ ਹੈ ਇਹ ਜਨਰਲ AI ਦਾ ਇੱਕ ਨਤੀਜਾ ਹੁੰਦਾ, ਮਤਲਬ ਉਹਦਾ ਨਿਚੋੜ ਕੱਢਿਆ ਹੁੰਦਾ। ਇਹ ਉਹ ਪੱਧਰ ਹੈ ਜਿੱਥੇ ਨਾ ਕੰਪਿਊਟਰ ਪ੍ਰਣਾਲੀ ਜਾਂ ਮਸ਼ੀਨਾਂ ਬੁੱਧੀ ਵਿੱਚ ਮਨੁੱਖ ਨੂੰ ਵੀ ਪਛਾੜ ਸਕਦੀਆਂ ਨੇ, ਮਤਲਬ ਆਪਾਂ ਕਹਿੰਦੇ ਵੀ ਉਹਨਾਂ ਦੀ ਇੰਟੈਲੀਜੈਂਸੀ ਮਨੁੱਖ ਤੋਂ ਵੀ ਉੱਪਰ ਚਲੀ ਜਾਂਦੀ ਹੈ। ਸਟਰੋਂਗ ਜਿਵੇਂ ਸਟਰੋਂਗ ਇੱਕ ਸੋਚਣ ਦੀ ਯੋਗਤਾ ਹੋ ਗਈ, ਤਰਕ ਕਰਨ ਦੀ ਯੋਗਤਾ ਹੋ ਗਈ, ਕਿਸੇ ਬੁਝਾਰਤ ਨੂੰ ਹੱਲ ਕਰਨ ਦੀ ਯੋਗਤਾ ਹੋ ਗਈ, ਜਾਂ ਯੋਜਨਾ ਬਣਾਉਣਾ, ਨਿਰਣਾ ਲੈਣਾ, ਇਹ ਮਨੁੱਖ ਨੂੰ ਵੀ ਪਿੱਛੇ ਕਰ ਦਿੰਦੀ ਹੈ ਇੰਟੈਲੀਜੈਂਸੀ। ਦੈਟ ਇਜ਼ ਵਾਈ ਇਟ ਇਜ਼ ਕਾਲਡ ਸਟਰੋਂਗ AI। ਠੀਕ ਹੈ, ਨੈਕਸਟ ਬੇਟਾ ਟਾਈਪ 2 ਆ ਜਾਂਦੀ ਹੈ ਸਾਡੇ ਕੋਲ। ਇਹ ਇੱਕ ਪ੍ਰਕਾਰ ਦੀ ਜਿਹੜੀ ਇੰਟੈਲੀਜੈਂਸੀ ਆ ਉਹ ਕਾਰਜਸ਼ੀਲਤਾ ਅਤੇ ਸਮਰੱਥਾ ਦੋਵਾਂ 'ਤੇ ਆਧਾਰਿਤ ਹੈ। ਪਹਿਲਾਂ ਤਾਂ ਆਪਾਂ ਸਮਰੱਥਾ 'ਤੇ ਕੀਤੀ ਸੀ ਨਾ ਟਾਈਪ 1, ਦੂਜੀ ਜਿਹੜੀ ਹੈ ਉਹ ਕਾਰਜਸ਼ੀਲਤਾ ਵੀ, ਜਿਵੇਂ ਕੰਮ ਕਰਨ ਦੀ ਜਿਹੜੀ ਹੁੰਦੀ ਹੈ ਇੱਕ ਕਪੈਸਿਟੀ, ਅਤੇ ਸਮਰੱਥਾ ਦੋਵਾਂ 'ਤੇ ਆਧਾਰਿਤ, ਦੋਨਾਂ ਚੀਜ਼ਾਂ 'ਤੇ ਆਧਾਰਿਤ ਹੁੰਦੀ ਹੈ। ਇਹਦੇ ਵਿੱਚ 4 ਨੇ, ਰਿਐਕਟਿਵ ਮਸ਼ੀਨਸ, ਲਿਮਿਟਿਡ ਮੈਮਰੀ ਜਾਂ ਸੀਮਿਤ ਮੈਮਰੀ ਕਹਿ ਸਕਦੇ ਹਾਂ ਆਪਾਂ, ਥਿਊਰੀ ਆਫ ਮਾਈਂਡ ਐਂਡ ਸੈਲਫ ਅਵੇਅਰਨੈਸ। ਸੈਲਫ ਅਵੇਅਰਨੈਸ ਦਾ ਮਤਲਬ ਹੁੰਦਾ ਸਵੈ ਜਾਗਰੂਕਤਾ, ਮਤਲਬ ਕਿੰਨੀ ਕੁ ਸਾਨੂੰ ਅਵੇਅਰਨੈਸ ਹੈ ਉਸ ਚੀਜ਼ 'ਤੇ ਡਿਪੈਂਡ। ਪਹਿਲੀ ਬੇਟਾ ਹੈਗੀ ਰਿਐਕਟਿਵ ਮਸ਼ੀਨ। ਇਹ ਮਤਲਬ ਮਸ਼ੀਨਾਂ ਦੀ ਮੁੱਢਲੀ ਇੱਕ ਖਾਸੀਅਤ ਹੁੰਦੀ ਹੈ ਕਿ ਇਹ ਜਿਹੜੀ ਮੈਮਰੀਜ਼ ਨੂੰ ਸਟੋਰ ਨਹੀਂ ਕਰਦੀਆਂ, ਅਤੇ ਜਿਹੜੀਆਂ ਆਉਣ ਵਾਲੇ ਭਵਿੱਖ ਜਿਹੜੀਆਂ ਕਿਰਿਆਵਾਂ ਕਰਨ ਲਈ ਪਿੱਛੇ ਤਜਰਬਿਆਂ ਦੀ ਵਰਤੋਂ ਨਹੀਂ ਕਰਦੇ। ਇਹ ਰਿਐਕਟਿਵ ਮਸ਼ੀਨ ਹੈ, ਉਸੇ ਟਾਈਮ ਕੰਮ ਦਿੱਤਾ ਉਸੇ ਟਾਈਮ ਕੰਪਲੀਟ ਕਰਤਾ, ਕੋਈ ਹਿਸਟਰੀ ਨਹੀਂ, ਕੁਛ ਨਹੀਂ ਇਹਦੇ ਵਿੱਚ। ਠੀਕ ਹੈ, ਸੈਕਿੰਡ ਹੈਬਿਟ ਹੈ ਲਿਮਿਟਿਡ ਮੈਮਰੀ ਮਸ਼ੀਨ। ਇਹਦੇ ਵਿੱਚ ਕੀ ਹੁੰਦੀ ਹੈ ਵੀ ਇਹਦੇ ਵਿੱਚ ਥੋੜ੍ਹੇ ਟਾਈਮ ਲਈ ਜਿਹੜੀ ਚੀਜ਼ਾਂ ਨੇ, ਜਿਹੜੇ ਕੰਮ ਕੀਤੇ ਹੁੰਦੇ ਆ ਉਹ ਥੋੜ੍ਹੇ ਟਾਈਮ ਲਈ ਸੇਵ ਹੋ ਜਾਂਦੇ ਆ। ਠੀਕ ਹੈ, ਜਿਵੇਂ ਸਾਡਾ ਦਿਮਾਗ ਹੈ ਨਾ ਕਈ ਵਾਰ ਪਰਮਾਨੈਂਟ ਮੈਮਰੀ ਬਣ ਜਾਂਦੀ ਹੈ, ਪਰ ਜਿਵੇਂ ਸਾਡੀ ਉਮਰ ਵੱਧਦੀ ਜਾਂਦੀ ਹੈ ਅਸੀਂ ਬਚਪਨ ਨੂੰ ਥੋੜ੍ਹਾ ਫੇਡ ਹੁੰਦੀਆਂ ਜਾਂਦੀਆਂ ਮੈਮਰੀਆਂ ਸਾਡੀਆਂ, ਅਤੇ ਇਹ ਕੀ ਹੁੰਦਾ ਵੀ ਇਹ ਕੁਝ ਸਮੇਂ ਲਈ ਮੈਮਰੀ ਸਟੋਰ ਕਰਕੇ ਰੱਖਦੀ ਹੈ, ਫਿਰ ਉਸ ਤੋਂ ਬਾਅਦ ਉਹਦੇ ਵਿੱਚੋਂ ਖਤਮ ਹੋ ਜਾਂਦੀ ਹੈ। ਅਤੇ ਥਰਡ ਬੇਟੀ ਹੈ ਥਿਊਰੀ ਆਫ ਮਾਈਂਡ। ਥਿਊਰੀ ਆਫ ਮਾਈਂਡ ਇੱਕ ਇਸ ਤਰ੍ਹਾਂ ਦੀ ਮਸ਼ੀਨ ਹੈ ਜਿਹੜੀ ਕਿ ਲੋਕਾਂ ਦੀਆਂ ਭਾਵਨਾਵਾਂ, ਵਿਸ਼ਵਾਸ, ਹਾਵ ਭਾਵ ਉਹਨਾਂ ਨੂੰ ਸਮਝਣਾ ਅਤੇ ਇਸ 'ਤੇ ਪ੍ਰਤੀਕਰਮ ਦੇਣਾ ਸ਼ਾਮਿਲ ਹੈ।
ਲੋਕਾਂ ਦੇ ਮਤਲਬ ਅਸੀਂ ਜਿਵੇਂ ਆਪਾਂ ਕਹਿੰਦੇ ਹਾਂ ਵੀ ਵਿਸ਼ਵਾਸ ਇੱਕ ਹੁੰਦਾ ਹੈ, ਭਾਵਨਾ ਹੁੰਦੀ ਹੈ, ਉਸ ਚੀਜ਼ ਨੂੰ ਸਮਝ ਲੈਂਦੀ ਹੈ ਮਸ਼ੀਨ ਤੁਹਾਡੀ, ਠੀਕ ਹੈ। ਚੌਥੀ ਹੈ ਬੇਟੇ ਸਵੈ ਜਾਗਰੂਕਤਾ। ਇਹ ਮਸ਼ੀਨਾਂ ਜਿਹੜੀਆਂ ਨੇ ਇਹ ਕੰਪਿਊਟਰ ਪ੍ਰਣਾਲੀ ਦੀ ਕਲਪਨਾ ਮਾਤਰ ਹਨ, ਜਿਵੇਂ ਕਿ ਅਸੀਂ ਕਹਿ ਲਓ ਵੀ ਨੇੜਲੇ ਭਵਿੱਖ ਵਿੱਚ ਵਿਕਸਿਤ ਹੋ ਸਕਦੀਆਂ ਨੇ, ਠੀਕ ਹੈ। ਭਾਵਨਾਵਾਂ, ਚੇਤਨਾ, ਸੁਪਰ ਇੰਟੈਲੀਜੈਂਸੀ, ਸਵੈ ਜਾਗਰੂਕਤਾ, ਦੇ ਆਲ ਆਰ ਦਾ ਪਾਰਟ ਆਫ ਸੈਲਫ ਅਵੇਅਰਨੈਸ, ਸਵੈ ਜਾਗਰੂਕਤਾ, ਠੀਕ ਹੈ। ਉਸ ਤੋਂ ਬਾਅਦ ਬੇਟੇ ਆ ਜਾਂਦਾ ਹੈ ਇੰਪੋਰਟੈਂਸ ਆਫ ਆਰਟੀਫਿਸ਼ੀਅਲ ਇੰਟੈਲੀਜੈਂਸੀ। ਮਤਲਬ ਅਸੀਂ ਕਹਿ ਦਿੰਦੇ ਹਾਂ ਵੀ ਇਹ ਸਾਰਾ ਦੇਖੋ ਇੱਕ ਵਾਰ ਮੈਂ ਸਾਰਾ ਡਿਟੇਲ 'ਚ ਦਿੱਤਾ ਹੋਇਆ ਵੀ ਜਿਹੜੀ ਟਾਈਪ 1 ਹੈ ਉਹ ਨੈਰੋ ਦੀ ਥੋੜ੍ਹੀ ਜਿਹੀ ਐਗਜ਼ਾਮਪਲ ਦਿੱਤੀ ਹੋਈ ਹੈ, ਥੋੜ੍ਹਾ ਜਿਹਾ ਟੈਕਸਟ ਦਿੱਤਾ ਹੋਇਆ, ਤੁਸੀਂ ਦੇਖ ਲੈਣਾ, ਪੜ੍ਹ ਲੈਣਾ ਇਹਨੂੰ। ਜਨਰਲ AI ਦਾ ਹੋ ਗਿਆ, ਸੁਪਰ AI ਦਾ ਹੋ ਗਿਆ, ਠੀਕ ਹੈ, ਸੁਪਰ ਆਰਟੀਫਿਸ਼ੀਅਲ ਇੰਟੈਲੀਜੈਂਸੀ। ਨੈਕਸਟ ਜਿਹੜੀ ਹੈਗੀ ਆਪਣੇ ਕੋਲ ਇਹ ਡਾਇਗਰਾਮ ਬੇਟਾ ਤੁਹਾਨੂੰ ਯਾਦ ਕਰਨ ਲਈ ਈਜ਼ੀ ਹੋ ਜਾਏਗਾ ਵੀ ਨੈਰੋ ਜਿਹੜੀ ਹੈਗੀ ਹੈ ਇਹਦੇ 'ਚ ਅੱਗੇ ਡੈਡੀਕੇਟਿਡ ਫॉर वन टास्क। ਜਨਰਲ AI ਜਿਹੜੀ ਹੈਗੀ ਹੈ ਪਰਫਾਰਮ ਲਾਈਕ ਹਿਊਮਨ, ਅਤੇ ਸੁਪਰ AI ਜਿਹੜੀ ਹੈਗੀ ਹੈ ਇੰਟੈਲੀਜੈਂਸ ਦੈਨ ਹਿਊਮਨ, ਮਤਲਬ ਆਦਮੀ ਤੋਂ ਵੀ ਜ਼ਿਆਦਾ ਇੰਟੈਲੀਜੈਂਸ, ਠੀਕ ਹੈ। ਇਹ ਡਾਇਗਰਾਮ ਜਿਹੜਾ ਹੈ ਤੁਹਾਨੂੰ ਮੈਂ ਤਾਂ ਬਣਾਇਆ ਤਾਂ ਕਿ ਤੁਹਾਨੂੰ ਈਜ਼ੀਲੀ ਯਾਦ ਹੋ ਜਾਵੇ, ਇਹ ਟੌਪਿਕ ਕੋਰੀਲੇਟ ਹੋ ਜਾਣ, ਤੁਹਾਨੂੰ ਤੁਸੀਂ ਆਰਾਮ ਨਾਲ ਯਾਦ ਕਰ ਸਕਦੇ ਹੋ। ਫਿਰ ਟਾਈਪ 2 ਦੇ ਵਿੱਚ ਵੀ ਰਿਐਕਟਿਵ ਆ ਗਿਆ, ਹੈਜ਼ ਨੋ ਮੈਮਰੀ, ਓਨਲੀ ਰਿਸਪੌਂਡ ਟੂ ਡਿਫਰੈਂਟ ਸਟਿਮੁਲਾਈ, ਠੀਕ ਹੈ। ਇਹਦੇ 'ਚ ਮੈਮਰੀ ਨਹੀਂ ਹੁੰਦੀ ਕੋਈ, ਉਸੇ ਟਾਈਮ ਪਰਫਾਰਮ ਕਰ ਲਿਆ, ਖਤਮ ਹੋ ਗਿਆ ਕੰਮ। ਲਿਮਿਟਿਡ ਮੈਮਰੀ ਦੇ ਵਿੱਚ ਥੋੜ੍ਹੀ ਜਿਹੀ ਮੈਮਰੀ ਹੁੰਦੀ ਹੈ ਜਿਹੜੀ ਕੁਛ ਟਾਈਮ ਲਈ ਤੁਹਾਡੇ ਰਿਸਪੌਂਸ ਨੂੰ ਰੱਖਦੀ ਹੈ। ਥਿਊਰੀ ਆਫ ਮਾਈਂਡ ਕੀ ਹੈ ਵੀ ਜਿਹੜਾ ਹੈਗਾ ਅੰਡਰਸਟੈਂਡਸ ਦਾ ਨੀਡਸ ਆਫ ਅਦਰ ਇੰਟੈਲੀਜੈਂਟ ਐਂਟੀਟੀਜ਼, ਠੀਕ ਹੈ, ਆਪਣੇ ਮਤਲਬ ਇੱਕ ਹਿਊਮਨ ਮਾਈਂਡ ਦੀ ਤਰ੍ਹਾਂ ਜਿਹੜਾ ਕੰਮ ਕਰਦੀ ਹੈ। ਅਤੇ ਲਾਸਟ ਆਪਣੇ ਕੋਲ ਚੌਥਾ ਹੈਗਾ ਸੈਲਫ ਅਵੇਅਰਨੈਸ। ਉਹਦੇ ਵਿੱਚ ਜਿਵੇਂ ਹੁੰਦਾ ਇੱਕ ਹਿਊਮਨ ਦੀ ਤਰ੍ਹਾਂ ਪਰਫਾਰਮ ਕਰਨਾ, ਠੀਕ ਹੈ। ਇਹ ਜਿਹੜਾ ਹੈਗਾ ਵੀ ਲਾਈਕ ਇੰਟੈਲੀਜੈਂਸੀ ਐਂਡ ਸੈਲਫ ਅਵੇਅਰਨੈਸ ਜਿਹੜੀ ਆ ਜਾਂਦੀ ਹੈ ਇਹਦੇ ਵਿੱਚ। ਇਹ ਮੈਂ ਡਾਇਗਰਾਮ ਤਾਂ ਬਣਾਏ ਸੀ ਤਾਂ ਕਿ ਤੁਹਾਨੂੰ ਕੰਫਰਟੇਬਲ ਹੋ ਜਾਵੇ, ਡਾਇਗਰਾਮ ਤੋਂ ਤੁਹਾਨੂੰ ਯਾਦ ਹੋ ਜਾਣਗੇ ਚੀਜ਼ਾਂ। ਇਹਦੇ ਵਿੱਚ ਸੈਂਟੀਮੈਂਟਸ ਆ ਜਾਂਦੇ ਆ, ਸੈਲਫ ਅਵੇਅਰਨੈਸ ਆ ਜਾਂਦੀ ਹੈ, ਸੁਪਰ ਇੰਟੈਲੀਜੈਂਸੀ ਆ ਜਾਂਦੀ ਹੈ, ਅਤੇ ਕੌਨਸ਼ੀਅਸਨੈਸ ਆ ਜਾਂਦੀ ਹੈ, ਠੀਕ ਹੈ ਬੇਟੇ। ਇਹ ਡਾਇਗਰਾਮਸ ਤਾਂ ਤੁਹਾਨੂੰ ਈਜ਼ੀ ਰਹੇਗਾ ਯਾਦ ਕਰਨ ਦੇ ਉਹਦੇ ਵੇ ਨਾਲ। ਅਤੇ ਉਸ ਤੋਂ ਬਾਅਦ ਬੇਟਾ ਨੈਕਸਟ ਆ ਜਾਂਦਾ ਸਾਡਾ ਆਪਣਾ ਇਹ ਥੋੜ੍ਹਾ ਇੱਕ ਦੋ ਲਾਈਨਸ ਹੈਗੀਆਂ ਨੇ, ਜੇ ਤੁਸੀਂ ਯਾਦ ਕਰਨੀਆਂ ਹੋਏ ਤਾਂ ਇਹਦੇ ਵਿੱਚ ਚੁੱਕ ਕੇ ਤੁਸੀਂ ਯਾਦ ਕਰ ਸਕਦੇ ਹੋ। ਵੈਸੇ ਤਾਂ ਤੁਸੀਂ ਕੋਸ਼ਿਸ਼ ਕਰਨਾ ਜੋ ਮੈਂ ਤੁਹਾਨੂੰ ਬੋਲ ਕੇ ਦੱਸ ਰਹੀ ਹਾਂ ਤੁਸੀਂ ਆਪਣੇ ਲਫ਼ਜ਼ਾਂ ਦੇ ਵਿੱਚ ਹੀ ਉਹਨੂੰ ਲਿਖਣਾ, ਕਿਉਂਕਿ ਦੇਖੋ ਇਹ ਸਾਰੀਆਂ ਜਿਹੜੀਆਂ ਰਿਐਕਟਿਵ ਮਸ਼ੀਨ, ਲਿਮਿਟਿਡ ਮੈਮਰੀਜ਼, ਥਿਊਰੀ ਆਫ ਮਾਈਂਡ, ਸੈਲਫ ਅਵੇਅਰਨੈਸ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਲਿਖੋਗੇ ਜ਼ਿਆਦਾ ਵਧੀਆ ਲੱਗਦਾ, ਟੀਚਰ ਨੂੰ ਵੀ ਵਧੀਆ ਲੱਗਦਾ ਅਤੇ ਬੱਚਿਆਂ ਨੂੰ ਵੀ ਵਧੀਆ ਲੱਗਦਾ ਕਿ ਯੈਸ ਸਾਨੂੰ ਸਮਝ ਆਈ ਹੋਈ ਹੈ ਅਤੇ ਅਸੀਂ ਆਪਣੇ ਆਪ ਲਿਖਦੇ ਪਏ ਹਾਂ, ਠੀਕ ਹੈ। ਨੈਕਸਟ ਬੇਟਾ ਆ ਗਿਆ ਤੁਹਾਡਾ ਟੌਪਿਕ ਆਰਟੀਫਿਸ਼ੀਅਲ ਇੰਟੈਲੀਜੈਂਸੀ ਦੀ ਮਹੱਤਤਾ। ਵਾਟ ਇਜ਼ ਦਾ ਇੰਪੋਰਟੈਂਸ ਆਫ ਆਰਟੀਫਿਸ਼ੀਅਲ ਇੰਟੈਲੀਜੈਂਸੀ। ਆਪਾਂ ਕਹਿੰਦੇ ਨਾ ਵੀ ਇਸ ਚੀਜ਼ ਦੀ ਕੀ ਇੰਪੋਰਟੈਂਸ ਹੈ ਸਾਡੀ ਲਾਈਫ 'ਚ, ਇਹਦੀ ਸਾਨੂੰ ਕਿਉਂ ਜ਼ਰੂਰਤ ਹੈ, ਕਿਉਂ ਅਸੀਂ ਇਹਨੂੰ ਪੜ੍ਹ ਰਹੇ ਹਾਂ, ਹੈ ਨਾ, ਉਹ ਚੀਜ਼ ਇਹਦੇ ਵਿੱਚ ਆ ਜਾਂਦੀ ਹੈ ਬੇਟਾ। ਇਹਦੇ ਵਿੱਚ ਬੇਟੇ ਆਰਟੀਫਿਸ਼ੀਅਲ ਇੰਟੈਲੀਜੈਂਸੀ ਮਤਲਬ ਬਹੁਤ ਹੀ ਵਧੀਆ ਕਹਿੰਦੇ ਨੇ ਰੋਲ ਅਦਾ ਕਰ ਰਹੀ ਹੈ। ਇਹ ਇੰਟੈਲੀਜੈਂਸੀ ਦੀ ਟੈਕਨੋਲੋਜੀ ਇੰਨੀ ਵਧੀਆ ਹੈ ਕਿ ਮਤਲਬ ਆਟੋਮੈਟਿਕ ਪ੍ਰਣਾਲੀ ਹੋ ਗਈ ਹੈ। ਦੇਖੋ ਇਹਦੀ ਇੰਪੋਰਟੈਂਸ ਹਰ ਜਗ੍ਹਾ 'ਤੇ ਹੈ, ਹਰ ਫੀਲਡ 'ਚ ਹੈ। ਆਪਾਂ ਸਿਹਤ ਪਾਸਿਓਂ ਲੈ ਲਈਏ, ਹੈਲਥ ਪਾਸਿਓਂ ਲੈ ਲਈਏ, ਅੱਜ ਕੱਲ੍ਹ ਰੋਬੋਟਿਕ ਹੀ ਟਰੀਟਮੈਂਟ ਹੋਣੇ ਸ਼ੁਰੂ ਹੋ ਗਏ ਹੈ ਨਾ। ਜੇ ਕੋਈ ਮਤਲਬ ਆਪਾਂ ਐਕਸ਼ਨ ਪਰਫਾਰਮ ਕਰ ਦਿੰਦੇ ਹਾਂ ਉਸ ਤਰ੍ਹਾਂ ਹੀ ਉਹ ਟਰੀਟਮੈਂਟ ਸਾਰਾ ਕਰ ਦਿੰਦਾ ਹੈ। ਅੱਛਾ ਫੋਰਨ ਕੰਟਰੀਜ਼ ਦੇ ਵਿੱਚ ਕੀ ਹੈ ਰੋਬੋਟਿਕ ਆਪਣਾ ਸਫਾਈ ਵਾਲੇ ਬਣੇ ਹੋਏ ਆ ਰੋਬੋਟਸ, ਉਹ ਤੁਸੀਂ ਆਪਣੇ ਉਹਦੇ ਨਾਲ ਯੂਜ਼ ਕਰ ਲਓ ਰਿਮੋਟ ਨਾਲ, ਉਸੇ ਤਰ੍ਹਾਂ ਉਹ ਆਪਣਾ ਕਰਦਾ ਰਹਿੰਦਾ, ਕੰਮ ਕਰਦਾ ਰਹਿੰਦਾ, ਸਾਫ਼ ਕਰ ਦਿੰਦਾ ਸਾਰਾ ਘਰ ਤੁਹਾਡਾ, ਠੀਕ ਹੈ। ਐਵਰੀਥਿੰਗ ਜਿਹੜੀ ਹੈਗੀ ਹੈ AI ਦੇ ਨਾਲ ਜਿਹੜੀ ਹੈ ਬਹੁਤ ਈਜ਼ੀ ਹੋ ਗਈ ਹੈ। ਹੁਣ ਅੱਗੇ ਇਹਦੇ ਅੱਗੋਂ ਆਪਾਂ ਕਰਦੇ ਹਾਂ ਵੀ ਕਿਹੜੀ ਕਿਹੜੀ ਇੰਪੋਰਟੈਂਸ, ਕਿਹੜੇ ਫੀਲਡ ਦੇ ਵਿੱਚ ਇੰਪੋਰਟੈਂਸ ਹੈ। ਸਭ ਤੋਂ ਪਹਿਲਾਂ ਬੇਟਾ ਹੈਗਾ ਗੇਮ ਪਲੇਇੰਗ। ਦੇਖੋ ਗੇਮ ਪਲੇਇੰਗ ਅੱਜ ਕੱਲ੍ਹ ਤੁਸੀਂ ਵੀਡੀਓ ਗੇਮਸ ਖੇਲ ਰਹੇ ਹੋ ਹੈ ਨਾ, ਇਹ ਸਾਰੀਆਂ ਚੀਜ਼ਾਂ ਕੋਈ ਵੀ ਗੇਮ ਹੈ, ਕਿਸੇ ਵੀ ਤਰ੍ਹਾਂ ਦੀ ਗੇਮ ਹੈ, ਤੁਸੀਂ ਜਿਹੜੀ ਵੀਡੀਓ ਗੇਮਸ ਹੈ ਜਾਂ ਕੋਈ ਸ਼ਤਰੰਜ ਵਗੈਰਾ ਖੇਲਣੀ ਹੈ ਜਾਂ ਇਸ ਤਰ੍ਹਾਂ ਦੀ ਚੀਜ਼ਾਂ, ਇਹ ਸਾਰੀਆਂ ਜਿਹੜੀਆਂ ਹੈ ਅੱਜ ਕੱਲ੍ਹ ਆਰਟੀਫਿਸ਼ੀਅਲ ਇੰਟੈਲੀਜੈਂਸੀ ਦੇ ਬੇਸ ਹੋ ਗਈਆਂ। ਆਰਟੀਫਿਸ਼ੀਅਲ ਇੰਟੈਲੀਜੈਂਸੀ ਕੀ ਹੈ, ਜਿਵੇਂ ਕਿ ਸ਼ਤਰੰਜ ਖੇਲਣੀ ਹੈ ਨਾ, ਇਹਦੇ ਵਿੱਚ ਵੀ ਭੂਮਿਕਾ ਨਿਭਾ ਰਿਹਾ। ਇਹ ਕਿਸ ਤਰ੍ਹਾਂ ਨਿਭਾ ਰਿਹਾ, ਜਿਵੇਂ ਕਹਿੰਦੇ ਗੇਮ ਖੇਡਣ ਲਈ ਸਾਨੂੰ IBM ਕੰਪਨੀ ਦੁਆਰਾ ਜਿਹੜਾ ਉਹ ਡੀਪ ਬਲੂ ਮਸ਼ੀਨਸ ਜਿਹੜੀਆਂ ਤਿਆਰ ਕੀਤੀਆਂ ਗਈਆਂ ਨੇ, ਜਿਹਦੇ ਨਾਲ ਅਸੀਂ ਇੱਕ ਪ੍ਰਸਿੱਧ ਚੈਂਪੀਅਨ ਨੂੰ ਵੀ ਹਰਾ ਸਕਦੇ ਹਾਂ। ਮਤਲਬ ਇੰਨੀ ਵਧੀਆ ਤਰੀਕੇ ਨਾਲ ਇਹਦੇ ਵਿੱਚ ਸਿਖਾਈ ਜਾਂਦੀ ਹੈ ਲੂਡੋ ਵਗੈਰਾ ਬਣੀ ਹੋਈ ਹੈ ਔਨਲਾਈਨ, ਇਹ ਸਾਰੀਆਂ ਗੇਮ ਪਲੇਇੰਗ ਜਿਹੜੀਆਂ ਹੈਗੀਆਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸੀ ਨਾਲ ਤਿਆਰ ਕੀਤੀਆਂ ਗਈਆਂ। ਨੈਕਸਟ ਹੈਗਾ ਬੇਟਾ ਵੋਇਸ ਰਿਕੋਗਨਾਈਜੇਸ਼ਨ। ਹੁਣ ਤੁਸੀਂ ਦੇਖੋ ਤੁਸੀਂ ਗੂਗਲ 'ਤੇ ਆਪਣਾ ਜਦੋਂ ਫੀਡ ਕਰ ਦਿੰਦੇ ਹੋ ਨਾ ਤੁਹਾਡੀ ਸਾਊਂਡ, ਤੁਸੀਂ ਕਈ ਵਾਰ ਆਪਣਾ ਨਾਮ, ਫਾਦਰਸ ਨੇਮ, ਮਦਰਸ ਨੇਮ ਸਾਰਾ ਇੱਕ ਵਾਰ ਫੀਡ ਕਰ ਦਿੰਦੇ ਹੋ। ਜਦੋਂ ਵੀ ਤੁਸੀਂ ਆਪਣੀ ਆਵਾਜ਼ ਕੱਢੋਗੇ ਗੂਗਲ ਤੁਹਾਨੂੰ ਵੋਇਸ ਰਿਕੋਗਨਾਈਜ਼ ਕਰ ਲਏਗਾ ਕਿ ਇਸ ਬੰਦੇ ਦੀ ਆਵਾਜ਼ ਹੈ। ਤੁਸੀਂ ਕਹੋਗੇ ਵਾਟ ਇਜ਼ ਮਾਈ ਨੇਮ, ਉਹ ਤੁਹਾਡਾ ਨਾਮ ਦੱਸੇਗਾ, ਠੀਕ ਹੈ। ਇਹ ਚੀਜ਼ਾਂ ਸਾਰੀਆਂ ਨੇ ਆਲ ਆਰ ਬੇਸਡ ਔਨ ਆਰਟੀਫਿਸ਼ੀਅਲ ਇੰਟੈਲੀਜੈਂਸੀ। ਗੂਗਲ ਅਸਿਸਟੈਂਟ ਜਿਹੜਾ ਅਸੀਂ ਯੂਜ਼ ਕਰਦੇ ਹਾਂ ਨਾ, ਉਹ ਇੱਕ ਵੋਇਸ ਰਿਕੋਗਨਾਈਜੇਸ਼ਨ ਆਰਟੀਫਿਸ਼ੀਅਲ ਇੰਟੈਲੀਜੈਂਸੀ ਨਾਲ ਹੀ ਹੁੰਦਾ। ਨੈਕਸਟ ਹੈ ਬੇਟਾ ਅੰਡਰਸਟੈਂਡਿੰਗ ਦਾ ਨੈਚੁਰਲ ਲੈਂਗੁਏਜ। ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸੀ ਦੀ ਵਰਤੋਂ ਜਿਹੜੀ ਹੈ ਕੁਦਰਤੀ ਭਾਸ਼ਾ ਨੂੰ ਸਮਝਣ ਲਈ
ਵੀ ਕੀਤੀ ਜਾਂਦੀ ਹੈ। ਜਿਵੇਂ ਕਿ ਮਨੁੱਖ ਬੋਲਦਾ ਹੈ, ਆਦਮੀ ਬੋਲਦਾ ਕੋਈ ਚੀਜ਼, ਉਸ ਨੂੰ ਆਪਾਂ ਕੁਦਰਤੀ ਭਾਸ਼ਾ ਕਹਿੰਦੇ ਹਾਂ, ਨੈਚੁਰਲ ਵੋਇਸ ਕਹਿੰਦੇ ਹਾਂ ਨਾ ਉਹਦੀ। ਅਤੇ ਜਿਵੇਂ ਕਿ ਆਪਾਂ ਪੰਜਾਬੀ ਬੋਲਦੇ ਹਾਂ, ਹਿੰਦੀ ਬੋਲਦੇ ਹਾਂ, ਅੰਗਰੇਜ਼ੀ ਬੋਲਦੇ ਹਾਂ ਜਾਂ ਕੋਈ ਹੋਰ ਲੈਂਗੁਏਜ ਬੋਲਦੇ ਹਾਂ। ਅਤੇ ਇਸੇ ਤਰ੍ਹਾਂ ਜਿਹੜੇ ਆਪਸ 'ਚ ਤਾਲਮੇਲ ਹੈ ਉਹ ਆਪਾਂ ਨੈਚੁਰਲ ਲੈਂਗੁਏਜ ਦੇ ਥਰੂ ਕਰਦੇ ਹਾਂ ਨਾ, ਉਸ ਭਾਸ਼ਾ ਨੂੰ ਵੀ ਸਮਝਣ ਦੀ AI ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ। ਠੀਕ ਹੈ, ਨੈਕਸਟ ਬੇਟੇ ਹੈਗਾ ਕੰਪਿਊਟਰ ਵਿਜ਼ਨ ਐਂਡ ਐਨਾਲਿਸਿਸ, ਕੰਪਿਊਟਰ ਵਿਜ਼ਨ ਅਤੇ ਵਿਸ਼ਲੇਸ਼ਣ। ਇਹਦੇ ਵਿੱਚ ਕੀ ਹੈ, ਜਿਵੇਂ ਆਪਾਂ ਕਹਿੰਦੇ ਹਾਂ ਕੰਪਿਊਟਰ ਵਿਜ਼ਨ 3D ਅਸਲ ਸੰਸਾਰ ਨੂੰ, ਮਤਲਬ ਮੈਂ ਤੁਹਾਨੂੰ ਦੱਸਿਆ ਸੀ ਨਾ ਪਿਛਲੇ ਚੈਪਟਰ 'ਚ, ਚੌਥੇ ਚੈਪਟਰ 'ਚ 3D 5D ਆਪਾਂ ਕਹਿੰਦੇ ਸੀਗੇ 3D ਇਫੈਕਟਸ ਕੀ ਹੁੰਦੇ ਨੇ, ਕਿ ਰੀਅਲ ਵਰਲਡ ਨੂੰ ਫੀਲ ਕਰਨਾ, ਉਹ ਸਾਰਾ ਜਿਹੜਾ ਹੈਗਾ ਉਹ ਆਰਟੀਫਿਸ਼ੀਅਲ ਇੰਟੈਲੀਜੈਂਸੀ ਦੀ ਹੀ ਇੱਕ ਮਹੱਤਤਾ ਹੈ। ਠੀਕ ਹੈ, ਉਸ ਤੋਂ ਬਾਅਦ ਬੇਟਾ ਆ ਗਿਆ ਨੈਕਸਟ ਤੁਹਾਡਾ ਟੌਪਿਕ ਆ ਗਿਆ ਆਰਟੀਫਿਸ਼ੀਅਲ ਇੰਟੈਲੀਜੈਂਸੀ ਦੀ ਵਰਤੋਂ। ਹੁਣ ਆਪਾਂ ਯੂਜ਼ ਕਿੱਥੇ ਕਿੱਥੇ ਕਰਦੇ ਹਾਂ, ਐਪਲੀਕੇਸ਼ਨ ਆਫ ਆਰਟੀਫਿਸ਼ੀਅਲ ਇੰਟੈਲੀਜੈਂਸੀ। ਸਭ ਤੋਂ ਪਹਿਲਾਂ ਬੇਟੇ ਤੁਹਾਡਾ ਆ ਜਾਂਦਾ ਹੈ ਇੰਟਰੂਜ਼ਨ ਡਿਟੈਕਸ਼ਨ ਸਿਸਟਮ, ਘੁਸਪੈਠ ਦਾ ਪਤਾ ਲਗਾਉਣ ਵਾਲੇ ਸਿਸਟਮ, ਘੁਸਪੈਠ ਦਾ ਪਤਾ ਲਗਾਉਣ ਵਾਲੇ ਸਿਸਟਮ। ਜਿਵੇਂ ਕਹਿੰਦੇ ਨੇ IDS ਸਿਸਟਮ ਚੱਲ ਰਹੇ ਨੇ ਨਾ, ਇੰਟਰੂਜ਼ਨ ਡਿਟੈਕਸ਼ਨ ਸਿਸਟਮ, ਇਹਨੂੰ ਕਿੰਨੇ ਬੇਟੇ ਇੰਟੈਲੀਜੈਂਸੀ, ਆਰਟੀਫਿਸ਼ੀਅਲ ਇੰਟੈਲੀਜੈਂਸੀ ਦੁਆਰਾ ਹੀ ਵਿਕਸਿਤ ਕੀਤਾ ਗਿਆ, ਤਿਆਰ ਕੀਤਾ ਗਿਆ। ਇੱਕ ਕਿਸਮ ਦੀ ਇਹੋ ਜਿਹੀ ਸੁਰੱਖਿਆ ਹੈ ਬੇਟੇ ਜਿਹੜੇ ਮਤਲਬ ਲੋੜ ਪੈਣ 'ਤੇ ਆਟੋਮੈਟਿਕਲੀ ਅਲਰਟ ਕਰ ਦਿੰਦੇ ਆ। ਠੀਕ ਹੈ, ਜਦੋਂ ਕੋਈ ਵਿਅਕਤੀ ਜਾਂ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ, ਜਦੋਂ ਸਿਸਟਮ ਨੂੰ ਖਤਰਾ ਹੋਵੇ, ਤਾਂ ਇਹ ਸਿਸਟਮ ਉਦੋਂ ਕੰਮ ਕਰਦੇ ਨੇ, ਉਦੋਂ ਸਾਨੂੰ ਅਲਰਟਸ ਦੇ ਦਿੰਦੇ ਨੇ ਕਿ ਯੈਸ ਇੱਥੇ ਹੁਣ ਜਿਹੜਾ ਖਤਰਾ ਪੈਦਾ ਹੋਣ ਵਾਲਾ ਹੈ। ਸੈਕਿੰਡ ਬੇਟਾ ਆ ਗਿਆ ਤੁਹਾਡਾ ਗੇਮਿੰਗ। ਗੇਮਿੰਗ ਦੇ ਵਿੱਚ ਹੁਣ ਆਪਾਂ ਕਰਕੇ ਹਟੇ ਹਾਂ ਵੀ ਜਿਹੜੀਆਂ ਗੇਮਿੰਗਸ ਹੈ, ਔਨਲਾਈਨ ਗੇਮਿੰਗਸ ਹੈ, ਗੇਮ ਪਲੇਇੰਗ ਹੈ, ਸਾਰੀਆਂ ਜਿਹੜੀਆਂ ਆਰਟੀਫਿਸ਼ੀਅਲ ਇੰਟੈਲੀਜੈਂਸੀ ਦੇ ਬੇਸਡ ਹੈ। ਇਟਸ ਅ ਪਾਰਟ ਆਫ ਐਪਲੀਕੇਸ਼ਨ ਆਫ AI। ਥਰਡ ਇਜ਼ ਕੁਦਰਤੀ ਭਾਸ਼ਾ ਨੂੰ ਪ੍ਰੋਸੈਸ ਕਰਨਾ, ਨੈਚੁਰਲ ਲੈਂਗੁਏਜ ਪ੍ਰੋਸੈਸਿੰਗ। ਆਲਮੋਸਟ ਜਿਹੜੀ ਐਪਲੀਕੇਸ਼ਨ 'ਤੇ ਇੰਪੋਰਟੈਂਸ ਹੁੰਦੀਆਂ ਨੇ ਨਾ ਬੇਟਾ, ਇਹ ਆਲਮੋਸਟ ਸੇਮ ਹੀ ਹੁੰਦੀਆਂ ਨੇ। ਠੀਕ ਹੈ, ਕਿ ਇੱਕ ਮਹੱਤਤਾ ਹੋ ਗਈ, ਇੰਪੋਰਟੈਂਸ ਹੋ ਗਈ, ਜਾਂ ਉਹਦੀ ਮਤਲਬ ਆਪਾਂ ਕਹਿੰਦੇ ਐਪਲੀਕੇਸ਼ਨ ਹੋ ਗਈ, ਦੇ ਆਲ ਆਰ ਕੋਰੀਲੇਟਿਡ। ਤਾਂ ਇਸ ਲਈ ਟੌਪਿਕ ਆਲਮੋਸਟ ਸੇਮ ਜਿਹਾ ਹੀ ਹੁੰਦਾ, ਬਸ ਇੱਕ ਸਮਝਣ ਦੀ ਲੋੜ ਹੁੰਦੀ ਹੈ ਸਾਡੇ। ਜੇ ਤੁਸੀਂ ਪ੍ਰੋਪਰਲੀ ਸਮਝ ਗਏ ਹੋ ਨਾ ਵੀ ਇਹ ਟੌਪਿਕ ਕੀ ਹੈ, ਮੈਨੂੰ ਲੱਗਦਾ ਵੀ ਤੁਸੀਂ ਇੰਪੋਰਟੈਂਸ ਜਿਹੜੀ ਹੈ ਉਹਦੀ ਜਾਂ ਐਪਲੀਕੇਸ਼ਨਸ ਆ ਉਹ ਆਪਣੇ ਆਪ ਹੀ ਲਿਖ ਸਕਦੇ ਹੋ। ਜੇ ਥੋੜ੍ਹੇ ਜਿਹੇ ਇੱਕ ਪੁਆਇੰਟਸ ਵੀ ਯਾਦ ਰੱਖ ਲਓ ਨਾ, ਇਲੈਬੋਰੇਟ ਤਾਂ ਤੁਸੀਂ ਆਪੇ ਕਰ ਸਕਦੇ ਹੋ, ਪੇਪਰ 'ਚ ਲਿਖ ਤਾਂ ਤੁਸੀਂ ਆਪੇ ਹੀ ਸਕਦੇ ਹੋ ਉਸ ਚੀਜ਼ ਬਾਰੇ। ਉਸ ਤੋਂ ਬਾਅਦ ਕੁਦਰਤੀ ਭਾਸ਼ਾ ਨੂੰ ਪ੍ਰੋਸੈਸ ਕਰਨਾ, ਹੁਣੇ ਤੁਹਾਨੂੰ ਦੱਸ ਕੇ ਹਟੀਆਂ ਵੀ ਨੈਚੁਰਲ ਲੈਂਗੁਏਜ ਪ੍ਰੋਸੈਸਿੰਗ ਇਹਦੇ ਨਾਲ ਹੁੰਦੀ ਹੈ। ਫਿਰ ਮਸ਼ੀਨ ਲਰਨਿੰਗ, ਕਿਸੇ ਵੀ ਮਸ਼ੀਨ ਨੂੰ ਸਮਝਣ ਲਈ ਆਰਟੀਫਿਸ਼ੀਅਲ ਇੰਟੈਲੀਜੈਂਸੀ ਸਾਡੇ ਬਹੁਤ ਵਧੀਆ ਰੋਲ ਅਦਾ ਕਰਦੀ ਹੈ ਇਹਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ ਬੇਟਾ ਆ ਗਿਆ ਐਕਸਪਰਟ ਸਿਸਟਮ। ਐਕਸਪਰਟ ਸਿਸਟਮ ਕੀ ਹੁੰਦਾ ਬੱਚੇ, ਜਿਵੇਂ ਆਪਾਂ ਕਹਿੰਦੇ ਹਾਂ ਵੀ ਕੁਝ ਇਸ ਤਰ੍ਹਾਂ ਦੀ ਐਪਲੀਕੇਸ਼ਨਸ ਨੇ ਜਿੱਥੇ ਮਸ਼ੀਨ ਪ੍ਰੋਗਰਾਮਿੰਗ ਅਤੇ ਕੁਝ ਖਾਸ ਡਾਟਾ ਨੂੰ ਸੋਚਣ ਦੀ ਪ੍ਰੇਰਨਾ ਕਰਨ ਲਈ ਸ਼ਾਮਿਲ ਕੀਤਾ ਜਾਂਦਾ ਹੈ। ਇਹ ਯੂਜ਼ਰ ਨੂੰ ਸਪਸ਼ਟੀਕਰਨ ਦੇਣ ਅਤੇ ਫੈਸਲਾ ਲੈਣ ਵਿੱਚ ਮਦਦ ਕਰਦੇ ਨੇ। ਜਿਵੇਂ ਆਪਾਂ ਕੋਈ ਐਕਸਪਲੇਨੇਸ਼ਨ ਦੇਣੀ ਹੈ ਜਾਂ ਕੋਈ ਡਿਸੀਜ਼ਨ ਲੈਣਾ ਹੈ, ਉੱਥੇ ਜਿਹੜੇ ਐਕਸਪਰਟ ਸਿਸਟਮ ਸਾਡੀ ਹੈਲਪ ਕਰਦੇ ਨੇ। ਨੈਕਸਟ ਹੈ ਬੇਟਾ ਵਿਜ਼ਨ ਸਿਸਟਮ। ਉਸੇ ਤਰ੍ਹਾਂ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਵੀ ਇੱਕ ਪ੍ਰਕਾਰ ਦੇ ਜਿਹੜੇ ਸਿਸਟਮ ਨੇ ਕੰਪਿਊਟਰ ਦੇ ਵਿਜ਼ੂਅਲਾਈਜ਼ ਇਨਪੁੱਟ ਨੂੰ ਸਮਝਣ, ਵਿਸ਼ਲੇਸ਼ਣ, ਮਤਲਬ ਕੁਝ ਵੀ ਅਸੀਂ ਦੇਖਣਾ ਹੈ ਜਾਂ ਆਪਾਂ ਕਹਿੰਦੇ ਹਾਂ ਵੀ ਕੋਈ ਪਿਕਚਰਸ ਨੂੰ ਦੇਖਿਆ ਅਸੀਂ ਉਹਨੂੰ ਸਮਝਣ ਦੇ ਵਿੱਚ, ਯੂਟੀਲਾਈਜ਼ ਕਰਨ ਦੇ ਵਿੱਚ ਸਾਡੀ ਮਦਦ ਕਰਦੇ ਨੇ। ਠੀਕ ਹੈ, ਉਸ ਤੋਂ ਬਾਅਦ ਬੇਟੇ ਹੈਗਾ ਆਵਾਜ਼ ਨੂੰ ਪਛਾਣਨਾ, ਉਹੀ ਜਿਹੜਾ ਤੁਹਾਨੂੰ ਕਿਹਾ ਗੂਗਲ ਅਸਿਸਟੈਂਟ ਜਿਹੜਾ ਯੂਜ਼ ਕੀਤਾ ਸੀ ਵੀ ਸਪੀਚ ਰਿਕੋਗਨਾਈਜੇਸ਼ਨ। ਤੁਸੀਂ ਕਈ ਵਾਰ ਨਾ ਆਪਣਾ TV 'ਤੇ ਵੀ ਅਸੀਂ ਸਰਚ ਕਰ ਲੈਂਦੇ ਹਾਂ, ਬੋਲਦੇ ਹਾਂ ਅਤੇ ਇੱਕਦਮ ਉਹ ਲਿਖਿਆ ਜਾਂਦਾ ਸਾਰਾ ਕੁਛ, ਹੈ ਨਾ, ਉਹ ਸਾਰਾ ਸਪੀਚ ਰਿਕੋਗਨਾਈਜੇਸ਼ਨ ਦਾ ਪਾਰਟ ਹੈ। ਨੈਕਸਟ ਇਜ਼ ਬੇਟਾ ਹੈਂਡਰਾਈਟਿੰਗ ਰਿਕੋਗਨਾਈਜੇਸ਼ਨ। ਹੁਣ ਤੁਸੀਂ ਲਿਖੋਗੇ, ਲਿਖਿਆ ਵੀ ਤੁਹਾਡਾ ਜਿਹੜਾ ਹੈਗਾ ਉਹ ਮਤਲਬ ਇੱਕਦਮ ਉਹ ਰਿਕੋਗਨਾਈਜ਼ ਹੋ ਜਾਂਦਾ ਵੀ ਇਹ ਕੀ ਅੱਖਰ ਹੈ ਜਾਂ ਕੀ ਆਕਾਰ ਹੈ, ਕੀ ਟੈਕਸਟ ਲਿਖਿਆ ਹੋਇਆ ਹੈ। ਉਸ ਟੈਕਸਟ ਨੂੰ ਤੁਸੀਂ ਜਿਵੇਂ ਕਹਿੰਦੇ ਨਹੀਂ ਆਪਾਂ ਟਰਾਂਸਲੇਟ ਕਰ ਦਿੰਦੇ ਹਾਂ, ਟਰਾਂਸਲੇਟ ਵੀ ਕਰਦੇ ਹੋ ਨਾ ਤੁਸੀਂ ਪੰਜਾਬੀ 'ਚ ਇੰਗਲਿਸ਼ 'ਚ, ਜੇ ਉਹਨੂੰ ਇੰਗਲਿਸ਼ 'ਚ ਸਮਝ ਆਏਗੀ ਤਾਂ ਹੀ ਉਹਨੂੰ ਪੰਜਾਬੀ 'ਚ ਟਰਾਂਸਲੇਟ ਕਰੇਗਾ। ਉਹਨੂੰ ਜਿਹੜਾ ਹੈਂਡਰਾਈਟਿੰਗ ਹੈ ਉਹਨੂੰ ਵੀ ਰਿਕੋਗਨਾਈਜ਼ ਕਰ ਲੈਂਦਾ। ਨੈਕਸਟ ਇਜ਼ ਬੇਟਾ ਸੂਝਵਾਨ ਰੋਬੋਟ, ਜਿਹੜੇ ਇੰਟੈਲੀਜੈਂਟ ਰੋਬੋਟਸ। ਉਹੀ ਤੁਹਾਨੂੰ ਮੈਂ ਦੱਸਿਆ ਰੋਬੋਟਿਕ, ਵੀ ਉਹਨੂੰ ਤੁਸੀਂ ਕੁਛ ਵੀ ਕੰਮ ਕਰਵਾ ਲਓ, ਕੋਈ ਕੰਮ ਕਰਵਾ ਲਓ ਰੋਬੋਟਸ ਤੋਂ। ਦੇ ਆਲ ਆਰ ਦਾ ਪਾਰਟ ਆਫ ਆਰਟੀਫਿਸ਼ੀਅਲ ਇੰਟੈਲੀਜੈਂਸੀ। ਠੀਕ ਹੈ, ਉਸ ਤੋਂ ਬਾਅਦ ਵੀ ਆਰਟੀਫਿਸ਼ੀਅਲ ਇੰਟੈਲੀਜੈਂਸੀ ਦੇ ਲਾਭ ਅਤੇ ਹਾਨੀਆਂ। ਪ੍ਰੋਜ਼ ਆਪਾਂ ਕਹਿੰਦੇ ਹਾਂ ਲਾਭ ਹੁੰਦੇ ਆ ਅਤੇ ਕੌਨਸ ਜਿਹੜੇ ਹੁੰਦੇ ਨੇ ਉਹ ਹਾਨੀਆਂ ਹੁੰਦੀਆਂ। ਸਭ ਤੋਂ ਪਹਿਲਾਂ ਬੇਟੇ ਆਪਾਂ ਲਾਭ ਪੜ੍ਹਾਂਗੇ। ਲਾਭ ਹੈਗੇ ਨੇ ਜਿਵੇਂ ਸਭ ਤੋਂ ਪਹਿਲਾਂ ਕਾਸਟ ਇਫੈਕਟਿਵ, ਘੱਟ ਲਾਗਤ। ਜਿਵੇਂ ਹੁਣ ਆਪਾਂ ਮਨੁੱਖ ਨੂੰ ਇੱਕ ਤਨਖਾਹ ਦਿੰਦੇ ਹਾਂ, ਉਹਦੀ ਜਗ੍ਹਾ 'ਤੇ ਆਪਾਂ ਰੋਬੋਟ ਲੈ ਲਿਆ, ਰੋਬੋਟ ਉਹਦਾ ਕੰਮ ਕਰਨ ਲੱਗ ਗਿਆ, ਤਾਂ ਉਹਦੀ ਲਾਗਤ ਜਿਹੜੀ ਆ ਉਹ ਘੱਟ ਹੋਏਗੀ। ਇਹਦੇ ਨਾਲ ਸਾਡਾ ਜਿਹੜਾ ਪੈਸਾ ਬਚਦਾ ਕੰਪਨੀਆਂ ਦਾ, ਵੱਡੀਆਂ ਦਾ। ਉਸ ਤੋਂ ਬਾਅਦ ਬੇਟੇ ਨੈਕਸਟ ਹੈਗਾ ਇਟ ਐਨਹਾਂਸਿਸ ਐਫੀਸ਼ੀਐਂਸੀ ਜਾਂ ਦੇ ਡੋਂਟ ਟੇਕ ਰੈਸਟ। ਇਹ ਜਿਹੜੇ ਨੇ ਇਹ ਰੈਸਟ ਨਹੀਂ ਮਤਲਬ ਕਰਦੇ ਹੈਗੇ, ਬਿਲਕੁਲ ਵੀ ਥੱਕਦੇ ਨਹੀਂ ਹੈ। ਜਿਵੇਂ ਆਪਾਂ ਕਹਿੰਦੇ ਇੱਕ ਮਨੁੱਖ ਥੱਕ ਜਾਂਦਾ ਕੰਮ ਕਰਦਾ, ਸਾਡੇ ਰੋਬੋਟਸ ਕਦੇ ਵੀ ਨਹੀਂ ਥੱਕਣਗੇ। ਨੈਕਸਟ ਹੈਗਾ ਇਟ ਐਨਹਾਂਸਿਸ ਐਫੀਸ਼ੀਐਂਸੀ,
ਉਹ ਹੈਗਾ ਬੇਟੇ ਇੱਕ ਕਾਰਜਸ਼ੀਲਤਾ ਵਧਾਉਂਦੀ ਹੈ, ਮਤਲਬ ਕਾਰਜਕੁਸ਼ਲਤਾ ਤਾਂ ਆਪੇ ਵਧੇਗੀ ਜਦੋਂ ਬੰਦਾ ਥੱਕੇਗਾ ਨਹੀਂ, ਉਹਨੂੰ ਕੋਈ ਇਫੈਕਟ ਘੱਟ ਹੋ ਰਿਹਾ ਹੈ ਚੀਜ਼ਾਂ ਦਾ, ਹੈ ਨਾ, ਗਲਤੀ ਗੁੰਝਲਦਾਰ ਕੰਮ ਵੀ ਜਿਹੜੇ ਨੇ ਉਹਨੂੰ ਆਸਾਨੀ ਨਾਲ ਹੋ ਜਾਂਦੇ ਨੇ। ਨੈਕਸਟ ਹੈਗਾ ਲੋ ਐਰਰ ਰੇਟ, ਇਹਦੇ ਵਿੱਚ ਐਰਰ ਜਿਹੜੀ ਹੈ ਗਲਤੀ ਨਿਕਲਣ ਦਾ ਬਹੁਤ ਘੱਟ ਚਾਂਸ ਹੁੰਦਾ ਹੈ। ਵਰਕ ਇਨ ਦਾ ਹੌਸਟਾਈਲ ਇਨਵਾਇਰਮੈਂਟ, ਖਤਰਨਾਕ ਖੇਤਰਾਂ ਵਿੱਚ ਕੰਮ ਕਰਨਾ ਵੀ ਬੜਾ ਈਜ਼ੀ ਹੋ ਗਿਆ ਇਹਦੇ ਨਾਲ, ਠੀਕ ਹੈ। ਨੈਕਸਟ ਇਜ਼ ਗੁੱਡ ਅਸਿਸਟੈਂਟ, ਚੰਗਾ ਸਹਾਇਕ, ਸਾਡੀ ਬਹੁਤ ਅੱਛੇ ਤਰੀਕੇ ਨਾਲ ਮਦਦ ਕਰਦਾ ਹੈ। ਨੈਕਸਟ ਇਜ਼ ਬੇਟਾ ਦੁਹਰਾਈ ਵਾਲੇ ਕੰਮਾਂ ਨੂੰ ਆਸਾਨ ਬਣਾਉਂਦਾ ਹੈ। ਮੇਕ ਰੈਪੀਟੇਟਿਵ ਟਾਸਕ, कैन डू रेपीटेटिव एंड टाइम कंज्यूमिंग टास्क, या ਅਸੀਂ ਕਹਿ ਸਕਦੇ मेक रेपीटेटिव टास्क ईजीयर, बहुत ईजी हो गई है साड़ी जी टास्क है। नैक्सट हैगा बेटे डोंट हैव इमोशनस, ये इमोशनस नहीं होंदियां, भावनावां नहीं होंदियां, इस करके जो है काम बड़ा अपना करता रहता है। नैक्सट फंक्शन विदाउट स्टॉपिंग रिस्क रिड्यूसिंग, बिना रुके काम करते रहना, ये बहुत घट रिस्क होंदा है घटन का, मतलब काम घट करन दा। मेक रैपीटेटिव टास्क ईजीयर, साडे जिहड़े रिपीट वाले काम ने दिक्कतां नहीं आउंदियां, आसानी नाल हो जांदे ने, दोहराई बार बार हो जाती है। नैक्सट बेटे ये कॉन्स आ गए, कॉन्स होंदियां हानियां, हानियां दे विच आ गया मशीन कैन नॉट फील, इन्हां च कोई फीलिंग्स नहीं होंदियां, ठीक है। एक हानि भी एक तरह की, क्योंकि कई बार होंदा ना जिवें हुण हैल्थ के सिस्टम च है, कोई रॉबट ट्रीटमेंट कर रहा है या डॉक्टर कर रहा है, डॉक्टर दे विच फीलिंग्स होंदियां, थोड़ी ਜਿਹੇ इमोशनस भी उत्थे काम आ जाते हैं कई बार, बट रॉबट जिहड़ा ਉਹਦੇ ਵਿੱਚ कोई फीलिंग नहीं, तो वो किवें करेगा अपना फील ਜ਼ਾਹਰ, ठीक है। इंक्रीज इन अनएम्पलॉयमेंट, ਇਹਦੇ ਨਾਲ ਕੀ ਹੈ अनएम्पलॉयमेंट ਜਿਹੜੀ ਹੈ ਉਹ ਵੱਧ ਗਈ ਹੈ। अनएम्पलॉयमेंट ਦਾ मतलब ਹੁੰਦਾ ਵੀ ਲੋਕਾਂ ਨੂੰ ਨੌਕਰੀਆਂ ਜਿਹੜੀਆਂ ਉਹ ਖਤਮ ਹੁੰਦੀਆਂ ਜਾ ਰਹੀਆਂ ਉਹਨਾਂ ਲਈ, ਠੀਕ ਹੈ। ਉਹ ਚੀਜ਼ ਦੇ ਵਿੱਚ ਸਾਨੂੰ ਇੱਕ ਘਾਟ ਹੋਈ ਹੈ ਇਹਨਾਂ ਦੀ, ਠੀਕ ਹੈ। ਨੈਕਸਟ ਹੈਗਾ ਰਿਸਕ ਆਫ ਲਾਸ ਆਫ ਡਾਟਾ, ਕਈ ਵਾਰ ਡਾਟਾ ਜਿਹੜਾ ਇਹੋ ਜਿਹੇ ਗੁੰਮ ਜਾਵੇ ਜਾਂ ਖਰਾਬ ਹੋ ਜਾਵੇ ਜਾਂ ਕੋਈ ਐਰਰ ਆ ਜਾਵੇ ਤਾਂ ਉਹ ਬਹੁਤ ਵੱਡੀ ਇੱਕ ਪ੍ਰੋਬਲਮ ਆ ਜਾਂਦੀ ਹੈ ਸਾਡੇ ਲਈ। ਅਤੇ ਉਸ ਤੋਂ ਬਾਅਦ ਹੈਗਾ ਬੇਟੇ ਲੈਕ ਆ ਕ੍ਰੀਏਟਿਵ ਮਾਈਂਡ, ਇਹਦੇ ਵਿੱਚ ਇੱਕ ਇੰਨਾ ਬਹੁਤਾ ਕ੍ਰੀਏਟਿਵ ਮਾਈਂਡ ਨਹੀਂ ਹੁੰਦਾ, ਜਿੱਥੇ ਅਸੀਂ ਪ੍ਰੋਗਰਾਮਿੰਗ ਸੈੱਟ ਕਰਤੀ ਉਹਨੇ ਉਸ ਤਰ੍ਹਾਂ ਹੀ ਆਪਣਾ ਕੰਮ ਕਰਦੇ ਰਹਿਣਾ। ਨੈਕਸਟ ਹੈਗਾ ਮਿਸਯੂਜ਼ ਆਫ AI ਦੀ ਕਈ ਵਾਰ ਗਲਤ ਵਰਤੋਂ ਵੀ ਹੋ ਜਾਂਦੀ ਹੈ, ਕੋਈ हैक हो गई साइट या कुछ इस तरह का हो गया, कुछ गलत हो गया, वो चीज़ां भी पॉसीबल हो जांदियां। अनएम्पलॉयमेंट, ठीक है, वही नौकरियां जिहड़ियां घट मिलनियां शुरू हो गई लोगों नूं। एबिलिटी ऑफ ह्यूमन मे डिमिनिश, जिहड़ी आदमी की कैबिलिटी सी वो हौली हौली जिहड़ी है खत्म होंदी जा रही है। रॉबर्ट्स सुपरसेडिंग ह्यूमनस, मतलब जिहड़े एक रॉबर्ट्स ने उन्होंने जिहड़ा ह्यूमन बीइंग नूं रिप्लेस करता बड़ी पूरी तरह नाल, ठीक है। उस तो ये मतलब प्रॉब्लम्स ये साड़ियां जिहड़ियां ने कहानियां दे टाइप च आ जांदियां। उस तो बाद ह्यूमनस भी बिकेम डिपेंडेंट ऑन मशीनस, आदमी जिहड़ा है वो हौली हौली मशीन ते ही डिपेंड होंदा जा रहा है, तो बहुत वड्डियां मतलब ये दिक्कतां आ रही ने साडे कोल। रॉन्ग हैड्स कॉजेज डिस्ट्रक्शन, कई बार गलत हत्थों के जाके ये चीज़ खराब भी हो सकती है। ये सारा जो साडा प्रॉज एंड कॉन्स है, इन्हों याद कर लेना बेटा। उस तो बाद लास्ट बेटे आ गया एक्सपर्ट सिस्टम, दीज आर सॉफ्टवेयर्स यूज फॉर डिसीजन मेकिंग, ये जिहड़े ने एक डिसीजन मेकिंग लिए काम आते हैं साडे। ऑटोमेटेड रीजनिंग एंड थ्योरम प्रूविंग, मतलब एक ऑटोमेटेड सिस्टम है जिहड़ा कि सानू डिसीजन लैन च या स्टॉक मार्केट दे विच एक एक्सपर्ट सिस्टम की तरह साडे कोल काम आते हैं। एक एक्सपर्ट सिस्टम है, सिर्फ तुसीं इन्ना की याद रखना है कि सानू कोई डिसीजन लैना है, कोई असी फैसला लैना, उहदे विच साडा मदद करते हैं। उस तो बाद बेटे एक्सपर्ट सिस्टम के एक 5 कंपोनेंट से याद रखना। नॉलेज बेस, साड़ी जिन्नी नॉलेज है उस पर जोड़ा ये डिपेंड करता है सारा, ठीक है। उस तो बाद इंटरफेरेंस इंजन, नॉलेज एक्विजिशन एंड लर्निंग मॉड्यूल, यूजर इंटरफेस एंड एक्सप्लेनेशन मॉड्यूल, ये सारिया चीज़ां जिहड़ियां इहदे विच आ जांदियां ने, ठीक है। आ जांदा साडा करैक्टरिस्टिक्स ऑफ एक्सपर्ट सिस्टम, मतलब कह लो तुसीं एक्सपर्ट सिस्टम दी विशेषतावां की ने, ठीक है। ये भी सारिया जिहड़ियां हैगियां ने, जिवें बेस्ड ऑन नॉलेज है, एक्सपर्टाइज हो गई भी, एक जिहड़ा खास खेतर है, एक खास खेतर च महारत रखते हैं, एक्सपर्ट ने, ठीक है। उन्हां दी नॉलेज उस लैवल की कितनी है। यूज़ ऑफ क्वालिटेटिव रादर दैन क्वांटिटेटिव इन्फॉर्मेशन, क्वालिटी ते जिहड़ा है ज़्यादा मतलब फोर्स किया जाता है, ठीक है, फोकस किया जाता है। नैक्सट हैगा मेक यूज़ ऑफ इंटरफेंसिंग टू ड्रॉ कंक्लूजनस, कोई रिजल्ट कढ़ना, सिट्टा कढ़ना उस दे बेस्ड, ठीक है। उस तो बाद हैगा यूजेज एक्सपर्टाइज हेरिस्टिक्स, मतलब हर चीज़ की जी कह लो तुसीं भी रिलायबिलिटी होंदी है,
डिसीजन क्वालिटी होंगी है, ये एक्सपर्ट सिस्टम की एक करैक्टरिस्टिक है। ठीक है, प्रोवाइड्स एक्सप्लेनेशन फॉर रीजनिंग भी मतलब वो एक्सप्लेनेशन भी तैयार रखता है अपनी। कैन फंक्शन ईवन दैन सम डाटा आर मिसिंग, चाहे डाटा थोड़ा बहुत मिसिंग भी हो फिर भी वो जो परफॉर्म करता है। कैपेबल ऑफ हैंडलिंग अनसर्टन सिचुएशनस, कोई इस तरह की अनसर्टन सिचुएशन आ जाए वो भी ये हैंडल करने कैपेबल होंगे। सपोर्ट फॉर नैरो प्रॉब्लम डोमेन, ठीक है, हर चीज़ लिए ये सपोर्टिव होंगे साढ़े लिए। नैक्सट जोड़ा बेटा लिमिटेशनस ऑफ एक्सपर्ट सिस्टम। लिमिटेशनस मतलब भी की सीमावां ने एक्सपर्ट सिस्टम दियाँ। ठीक है, ये मैं थोड़ा एवं बस मोटा मोटा दस दी जिमें मनुख की तरह फैसले लैन की ताकत नहीं रखता, मनुख की तरह समर्थ नहीं होंदा, घट ज्ञान होने की सूरत में सही फैसले नहीं लै सकता, बहुत ज़्यादा जी ट्रेनिंग की लोड़ पैंदी है। जिमें असीं कहने भी नॉट वाइडली यूज्ड और टैसटिड, ज़्यादा असी यूज़ नहीं होया या टैसट नहीं होया। लिमिटेड टू रिलेटिवली नैरो प्रॉब्लम्स, ठीक है, कैनॉट रेडली डील विद मिक्सड नॉलेज, पॉसिबिलिटी ऑफ एरर, गलती तो देखो हर एक चीज़ तो हो सकती है, तो ये चीज़ पॉसिबिलिटी होंगी है थोड़ी बहुत। कैनॉट रिफाइन ओन नॉलेज बेस, ये अपना कोई नॉलेज नहीं होंगे, इस करके ये प्रॉब्लम आ सकती है। डिफिकल्टी टू मेनटेन करना भी औखा। मे हैव हाई डिवेलपमेंट कॉस्ट, कई बार कॉस्ट भी ज़्यादा लग जाती है एक्सपर्ट सिस्टम को बनाने। तो दीज आर सम लिमिटेशनस ऑफ एक्सपर्ट सिस्टम। एक्सपर्ट सिस्टम दी कुछ सीमावां ने, इन्होंने थोड़े जे पॉइंट्स जोड़े 5-6 तुम याद कर लेना जो तुम्हें ईजी लगते होंगे। नैक्सट बेटा लास्ट टॉपिक साडा इस चैप्टर का आ जाता, दैट इज़ रोबोटिक्स। रोबोटिक्स की मेरे मेन तो मैं पहला दसिया कि जिमें एक आर्टिफिशियल आदमी ही बनाना, दैट इज़ कॉल्ड रोबोटिक। ठीक है, एक आर्टिफिशियल आदमी ही होंगे जो हर काम जोड़ा वो आदमी की तरह कर सकता है, हर चीज़ हेल्प कर सकता है, हम उन्होंने असिस्ट कर सकता है आदमी को। ठीक है, तो ये आ जाता बेटा जनरेशनस ऑफ रोबोटिक्स। जिमें कहने आप जनरेशनस ऑफ ह्यूमन बीइंग, मेरे बच्चे हैं, अगों बच्चों के बच्चे हैं, ऑल जनरेशन आर गोइंग ऑन, है ना, चली जाएगी जनरेशन। इसी तरह एक रोबोटिक्स या कुछ जनरेशन है, जिमें फर्स्ट जनरेशन आ गई। ठीक है, वो किसी रिमोट कंट्रोल्ड सी। फर्स्ट जनरेशन सी जी बिफोर 1980 आई सी, एक रिमोट कंट्रोल सी, रिमोट के नाल जड़ा सारा सी कंट्रोल होंदा सी। सैकेंड जनरेशन जी सी बेटा 1980 तो 1990 के बिच आई है, तो ये ऑटोनॉम्स हो गए थोड़े जे। ठीक है, थर्ड जनरेशन जी सी बेटा 19 90 तो बाद आई है साढ़े कोल, ते वो नैटवर्क हो गई सारी, नैटवर्किंग जी कॉन्सैप्ट वो ऐड हो गया। तो फोर्थ जनरेशन के साढ़े कोल की आया रोबोटिक्स के AI, आर्टिफिशियल इंटैलीजेंसी, जिहदे बारे असी इन्ना कुछ डिस्कस किया, वो साडी फोर्थ जनरेशन है। फोर्थ जनरेशन जी साडी आई है वो 2000 तो बाद आई है। तो हौली हौली ये होर रिसर्च चलती पई है, इनू होर वास्ट किया जा रहा, बहुत कुछ असी गेन कर लिया, बहुत कुछ असी गेन करना है। तुहाडे वर्गे बच्चों ने सोसाइटी के अगों ये AI नू अगे पढ़ना है या अपनी करियर बनाना है, तुसी बना सकते हो। ये AI नू लैके अगे होर चीज़ां भी रिसर्च करनियां ने। ठीक है, ये सारा टॉपिक तुहाडा बेटा यही सीगा आर्टिफिशियल इंटैलीजेंसी। तो बहुत ही प्यारा टॉपिक है, बहुत ही वधिया टॉपिक है, इंटरस्टिड टॉपिक है, तो तुसी जरूर ये सारा टॉपिक चंगी तरह पढ़ना है। कुछ एप्लीकेशनस है बेटा रोबोटिक्स दियाँ, ठीक है, वो तुसी पढ़ लैनी है। वही मैं तुहानूं कहा जिमें परफॉर्म करता एक आदमी की तरह, है ना, हर चीज़ तुहानूं मतलब जिमें कहनो एक द बेस ऑब्जेक्ट इज़ द एजेंट हू इज़ द एक्टर। ठीक है, परफॉर्म करना ह्यूमन बीइंग की तरह, हर काम नूं परफॉर्म करना एक आदमी की तरह, वो एक रोबोटिक की जिहड़ी मेन एप्लीकेशन है जिहड़ी असी करते हैं। ठीक है, कुछ जोड़े ने प्रोग्रामिंग लैंगुएजिज ने जिहड़ियां असी AI नूं डिवेलप करने लई यूज़ करते हैं, तो ये है थोड़िया जो पढ़ लैना तुसी। LISP, पाइथन होगी, ठीक है, प्रोलोग होगी, जावा होगी, C++ होगी, दीज आर ऑल लैंगुएजिज जिहड़ियां असी AI नूं डिवेलप करने लई यूज़ करते हैं। अजकल मेन जिहड़ी हैगी पाइथन बहुत चल रही है, पाइथन बेस्ड जिहड़ियां जिहड़ी अपनी AI है बहुत ज़्यादा डिवेलपमेंट हो रही है। जिमें AC हो गए, फ्रिज हो गए, तुसी अपने मोबाइल नाल अटैच कर ले, तुसी भुल गए हो, है ना, ऑफ करना भुल गए हो, ऑफिस चले गए हो, तुसी CCTV कैमराज हो गए, वो सारे कनैक्ट होंगे तुहाडे मोबाइल नाल। ये सारे जिहड़े पाइथन बेस्ड अजकल वो चलते पे हैं। ठीक है, ये सारा टॉपिक तुहाडा ये सीगा। ते हुण ये टॉपिक बेटा थैंक यू स्टूडेंट्स, ते तुसी टॉपिक चंगी तरह सुन लेना, वीडियो ही सुन लेना, ते अपने लफ्ज़ों में लिखण की कोशिश करना। इस तो बाद सैकेंड पार्ट बेटे दे क्वेश्चन आंसर्स आएंगे। सब तो पहला ये वीडियो देखने तो बाद क्वेश्चन आंसर्स खुद सॉल्व करने की कोशिश करना, ताकि तुहानूं पता लगे कि तुहानूं कितना कुछ समझ आया। ठीक है, उस तो बाद फिर तुसी वो पार्ट देखना, तो फिर देखना तो किन्ने क तुहाडे क्वेश्चन जिहड़े ने आप तुसी सॉल्व किए, किन्ने क ठीक है, उहदे नाल तुहाडी जिहड़ी है याद करने की समर्था जिहड़ी बढ़ेगी। ठीक है बेटा, थैंक यू सो मच बेटे।